कि अतवादी भगत सिंह इस करके लगदा कि इन्हां दे SSP दी वर्दी नहीं हैगी, पर अज भी मान साहब दे विच SSP बोलदा। मान साहब दी अनुसार तां डेफिनेशन शहीदी है कि तुहाडी एक गर्लफ्रेंड होनी चाहिदी है, तुसीं शराब पींदे होवो, तेज गड्डी भजाउंदे होवो, खालिस्तान दे राह दे विच भारत दी सो काल्ड एकता ते अखंडता सब तो वड्डी रुकावट आ, ते ओहदी सौं चक आया। इहदा मतलब सारा कुछ नंगा हो गया। जे तुहानूं कोई आपदे अनुसार कोई शहीद लगदा कह दो, पर तुहानूं किस दा शहीद खोण दी जिहड़ी आग्या नहीं असीं दे सकदेगे। जिवें जनरल डायर ने क्रॉलिंग करा के साडे लोकां नूं जलियांवाले बाग चों नंगाया ना गलियां दे विचों, ये मान साहब ने पंजाब दे किसानां मजदूरां नूं भी नंगाया जदों SSP रहे आ। ऐसी कि तैसी साडे सिख सिद्धांती इन्हां ने फेरी आ। मान दे जिहड़े नाने ने सिमरजीत सिंह मान साहब दा डलहौजी च फार्म लै रहे आ सरकारां तो, ते इन्हां नूं जवाला सिंह ठट्ठियां होरे कदों पसंद आउणगे। जे एक बंदे नूं मारन करके भगत सिंह अतवादी आ, फिर जिंदा सुखा बारे जिंदा ते सुखे बारे तुसीं की कहंदे हो? मतलब भारत सरकार तो इन्हों कोई तकलीफ नहीं जो ये कहते हैं कि भारत का शहीद आ भगत सिंह, साडा शहीद नहीं गा। असल च इन्हों भारत के हिंदुओं तो तकलीफ आ। वो भगत सिंह बारे तुसीं कहोगे कि उन्हें सिख नूं मारता, जिहदी सिखां नाल इन्नी जिहड़ी मतलब हैगी दोस्ती सीगी। मान साहब सिखां दे नाम ते सियासत करदे आ, हिंदू सिख दी सियासत करदे आ। ये फिर हवन दस्सिया जिद्दन अटैक हो रहा सी उस दिन घरे बैठ के आराम नाल नहा क्यों रहे सीगे। इन्हां ने सरायनागा जाके सब तो पहला 4 निहंगां दा पुलिस मुकाबला बनाया कि वो गुरु दी फौज नहीं सीगी। ਜਿਹੜੇ ਕਹਿੰਦੇ ਕਿ ਅਸੀਂ ਖਾਲਿਸਤਾਨ ਚਾਹੁੰਦੇ, ਅਸੀਂ ਸਿੱਖਾਂ ਦਾ ਰਾਜ ਚਾਹੁੰਦੇ ਆ, ਫਿਰ ਅਕਾਲੀ ਦਲ ਨਾਲ ਬੈਠਕਾਂ ਤੁਸੀਂ ਕਿਉਂ ਕਰਦੇ ਆ? ਭਗਤ ਸਿੰਘ ਸ਼ਹੀਦ ਜਾਂ ਅੱਤਵਾਦੀ, ਇਸ ਤੇ ਬੜੀ ਬਹਿਸ ਚੱਲ ਰਹੀ ਹੈ ਕਿ ਭਗਤ ਸਿੰਘ ਸ਼ਹੀਦ ਹੈ ਜਾਂ ਅੱਤਵਾਦੀ। ਇੱਕ ਧਿਰ ਮਤਲਬ ਧਿਰ ਕਿਹੜੀ? ਸਿਮਰਨਜੀਤ ਸਿੰਘ ਮਾਨ। ਸਿਮਰਨਜੀਤ ਸਿੰਘ ਮਾਨ ਵੱਲੋਂ ਇਹ ਕਿਹਾ ਗਿਆ ਕਿ ਭਗਤ ਸਿੰਘ ਅੱਤਵਾਦੀ ਆ, ਉਹਨੇ ਬੇਕਸੂਰ ਪੁਲਿਸ ਵਾਲੇ ਮਾਰੇ ਤੇ ਅਸੈਂਬਲੀ 'ਚ ਜਾ ਕੇ ਬੰਬ ਸੁੱਟਿਆ। ਦੂਜੇ ਪਾਸੇ ਪੰਜਾਬ ਦੀਆਂ ਵੱਖ-ਵੱਖ ਧਿਰਾਂ, ਵੱਖ-ਵੱਖ ਲੋਕ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ, ਉਹ ਇਹ ਕਹਿ ਰਹੇ ਆ ਕਿ ਭਗਤ ਸਿੰਘ ਸ਼ਹੀਦ ਹੈ, ਦੇਸ਼ ਭਗਤ ਸੀ, ਉਹਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਲੋਕਾਂ ਦੀ ਖਾਤਰ ਕੁਰਬਾਨੀ ਕੀਤੀ। ਸਿਮਰਨਜੀਤ ਸਿੰਘ ਮਾਨ ਦਾ ਬਿਆਨ ਕਿਵੇਂ ਹੈ ਤੇ ਲੋਕ ਜਿਹੜੇ ਕਹਿ ਰਹੇ ਆ ਕਿ ਸ਼ਹੀਦ ਭਗਤ ਸਿੰਘ ਵਾਕਈ ਸ਼ਹੀਦ ਸੀ, ਦੇਸ਼ ਭਗਤ ਸੀ, ਉਸ ਬਿਆਨ ਨੂੰ ਕਿਵੇਂ ਦੇਖਦੇ ਆ? ਬਾਈ ਕਰਮਜੀਤ ਸਿੰਘ ਮਾਨੂਕੇ ਸਾਡੇ ਨਾਲ ਨੇ, ਗੱਲਬਾਤ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ। ਬਾਈ ਕਿਵੇਂ ਦੇਖਿਆ ਜਾਵੇ ਬਿਆਨ ਨੂੰ, ਭਗਤ ਸਿੰਘ ਅੱਤਵਾਦੀ? देखो भगत सिंह ने जो बंब सुट्टिया पार्लीमेंट दे विच, उन्हें कहा कि बोले कन्नां नूं सुनाउण वास्ते धमाके की जरूरत हुंदी है, ते ओहदा पैदा कीता होया धमाका उस टाइम तो उन्होंने सरकार नूं परेशान किया। उन्हें अज वो धमाका सरकार दे पिट्ठूआं नूं परेशान कर रहे आ, जिहड़े रातां नूं भी 12-12 वजे उठदे आ भगत सिंह दा नाम सुन के। गल यह है कि संसार की सब तो वड्डी ब्रिटिश हुकूमत नूं भगत सिंह ते उहदे साथियां ने चेतावनी दित्ती सी, टक्कर दित्ती सीगी। जे ब्रिटिश हुकूमत के खिलाफ बोलण वाला, लड़न वाला, ਉਹਦੇ ਕੰਨਾਂ ਨੂੰ ਸੁਣਾਉਣ ਵਾਸਤੇ ਪਾਰਲੀਮੈਂਟ 'ਚ ਬੰਬ ਸੁੱਟਣ ਵਾਲਾ ਬੰਦਾ ਅੱਤਵਾਦੀ ਆ, ਤਾਂ ਇਹ ਫਿਰ ਦੇਖਿਆ ਜਾਣਾ ਚਾਹੀਦਾ ਕਿ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇੱਕ ਤਰੀਕੇ ਨਾਲ ਉਹਨਾਂ ਸਾਰੀਆਂ ਮੂਵਮੈਂਟਾਂ 'ਤੇ ਸਵਾਲ ਪੈਦਾ ਕੀਤਾ ਜਿਹੜੀਆਂ ਬ੍ਰਿਟਿਸ਼ ਹੁਕੂਮਤ ਦੇ ਖਿਲਾਫ ਚੱਲੀਆਂ ਸੀਗੀਆਂ। ਆਪਾਂ ਲੈ ਲਈਏ ਗਦਰ ਮੂਵਮੈਂਟ ਨੂੰ। ਗਦਰ ਮੂਵਮੈਂਟ ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ 18.5 ਸਾਲ ਦਾ ਨੌਜਵਾਨ ਸੀਗਾ। ਕੀ ਗਦਰ ਮੂਵਮੈਂਟ ਨੇ ਜਿਹੜਾ ਸੱਦਾ ਸੀਗਾ ਉਹ ਚਰਖੇ ਚਲਾਉਣ ਦਾ ਦਿੱਤਾ ਸੀਗਾ? ਗਦਰ ਮੂਵਮੈਂਟ ਬਾਰੇ ਆਪਾਂ ਬਹੁਤ ਕੁਝ ਸੁਣਦੇ ਆ ਕਿ ਹਥਿਆਰਬੰਦ ਮੂਵਮੈਂਟ ਉਹ ਲੜਨਾ ਚਾਹੁੰਦੇ ਸੀਗੇ, ਪਰ ਇਹ ਤੋਂ ਵੀ ਵੱਡੀ ਉਹਦੀ ਉਹਨਾਂ ਦੀ ਤਿਆਰੀ ਸੀਗੀ। ਉਹਨਾਂ ਨੇ ਕਰਤਾਰ ਸਿੰਘ ਸਰਾਭੇ ਨੂੰ ਜਹਾਜ਼ ਚਲਾਉਣਾ ਸਿਖਾਇਆ। 6 ਮਹੀਨੇ ਦੀ ਟ੍ਰੇਨਿੰਗ ਇੱਕ ਕੰਪਨੀ ਕੋਲੇ ਲੈਣ ਵਾਸਤੇ ਭੇਜਿਆ ਕਿ ਅਸੀਂ ਆਪਦੇ ਮੁਲਕ ਵਾਪਸ ਜਾ ਕੇ ਅੰਗਰੇਜ਼ਾਂ ਖਿਲਾਫ ਜਦੋਂ ਬਗਾਵਤ ਕਰਨੀ ਆ, ਹੋ ਸਕਦਾ ਅੰਗਰੇਜ਼ ਸਾਡੇ ਤੇ ਜਹਾਜ਼ਾਂ ਨਾਲ ਹਮਲਾ ਕਰਨ ਤੇ ਅਸੀਂ ਬਰਾਬਰ ਦੇ ਜਹਾਜ਼ਾਂ ਨਾਲ ਹਮਲਾ ਕਰਨਾ। ਉਹ ਕਰਤਾਰ ਸਿੰਘ ਸਰਾਭਾ ਜਿਹਨੇ ਫੌਜੀ ਛਾਉਣੀਆਂ 'ਚ ਬਗਾਵਤਾਂ ਕਰਾਈਆਂ। ਹੁਣ ਉਹ ਬਗਾਵਤਾਂ ਜਿਹੜੀਆਂ ਹੈਗੀਆਂ ਕਿਸੇ ਦੇ ਹਾਰ ਪਾਉਣ ਵਾਸਤੇ ਜਾਂ ਚਰਖੇ ਚਲਾਉਣ ਵਾਸਤੇ ਜਾਂ ਮਰਨ ਵਰਤ ਕਰਨ ਵਾਸਤੇ ਨਹੀਂ ਚਲਾਈਆਂ, ਜਿਹੜੀਆਂ ਚਲਾਈਆਂ ਸੀਗੀਆਂ ਉਹ ਹਥਿਆਰਬੰਦ ਬਗਾਵਤ ਚਲਾਉਣ ਵਾਸਤੇ ਚਲਾਈਆਂ ਸੀਗੀਆਂ। ਇਹਦਾ ਮਤਲਬ ਹੈ ਗਦਰ ਮੂਵਮੈਂਟ ਦਾ ਕਰਤਾਰ ਸਿੰਘ ਸਰਾਭਾ, ਜਵਾਲਾ ਸਿੰਘ ਠੱਠੀਆਂ, ਜਿਹਨੂੰ ਪੋਟੈਟੋ ਕਿੰਗ ਕਿਹਾ ਜਾਂਦਾ ਸੀ ਅਮਰੀਕਾ ਦਾ, ਆਪਦਾ ਆਲੂਆਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ, ਸਾਰਾ ਕਾਰੋਬਾਰ ਛੱਡ ਕੇ ਹਿੰਦੁਸਤਾਨ ਆਇਆ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ। ਤੇ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਡਲਹੌਜੀ 'ਚ ਫਾਰਮ ਲੈ ਰਹੇ ਆ ਸਰਕਾਰਾਂ ਤੋਂ, ਤੇ ਇਹਨਾਂ ਨੂੰ ਜਵਾਲਾ ਸਿੰਘ ਠੱਠੀਆਂ ਹੋਰੇ ਕਦੋਂ ਪਸੰਦ ਆਉਣਗੇ? ਇਸੇ ਤਰ੍ਹਾਂ ਹੀ ਗਦਰ ਮੂਵਮੈਂਟ ਦੇ ਨਾਲ ਬੱਬਰ ਅਕਾਲੀ ਲਹਿਰ, ਜਦੋਂ ਇਹ ਗੱਲ ਆਉਂਦੀ ਹੈ ਨਾ ਵੀ ਚੰਨਣ ਸਿੰਘ ਮਾਰਤਾ ਭਗਤ ਸਿੰਘ ਨੇ ਤੇ ਇਸ ਕਰਕੇ ਉਹ ਅੱਤਵਾਦੀ ਸੀਗਾ, ਫਿਰ ਮਾਨ ਸਾਹਿਬ ਇਹ ਜਵਾਬ ਦੇਣ ਸਾਨੂੰ ਕਿ ਬੱਬਰ ਅਕਾਲੀ ਲਹਿਰ ਜਿਹੜੀ ਅਕਾਲੀ ਦਲ ਦੇ ਵਿੱਚੋਂ ਇਸ ਕਰਕੇ ਨਿਖੜੀ ਕਿ ਉਹ ਸ਼ਾਂਤੀ ਵਾਲੇ ਤਰੀਕੇ ਮਤਲਬ ਵੀ ਉਹ ਅੰਗਰੇਜ਼ਾਂ ਦੇ ਨਾਲ ਰਲ ਕੇ ਚੱਲਦੇ ਆ। ਜਦੋਂ ਨਨਕਾਣਾ ਸਾਹਿਬ
ਤੇ ਮਤਲਬ ਵੀ ਤਰਨਤਾਰਨ ਵਿਖੇ ਉੱਥੇ ਸਿੱਖਾਂ ਨੂੰ ਮਾਰਿਆ ਗਿਆ, ਤਾਂ ਫਿਰ ਬੱਬਰਾਂ ਨੇ ਇਹ ਫੈਸਲਾ ਕੀਤਾ, ਕਿਸ਼ਨ ਸਿੰਘ ਗੜਗੱਜ ਹੋਰਾਂ ਨੇ, ਕਿ ਹਥਿਆਰਾਂ ਤੋਂ ਬਿਨਾਂ ਇਹਨਾਂ ਨਾਲ ਟਾਕਰਾ ਨਹੀਂ ਕੀਤਾ ਜਾ ਸਕਦਾਗਾ। ਉਹ ਇਕੱਠੇ ਹੋਏ 1921 ਦੇ ਵਿੱਚ ਉਹਨਾਂ ਨੇ ਚੱਕਰਵਰਤੀ ਜੱਥਾ ਬਣਾਇਆ ਤੇ 22 ਤੱਕ ਆਉਂਦੇ ਉਹਦਾ ਨਾਮ ਬੱਬਰ ਅਕਾਲੀ ਲਹਿਰ ਪੈ ਗਿਆ। ਤੇ ਬੱਬਰ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਨਿਸ਼ਾਨਾ ਇਹ ਸੀਗਾ ਕਿ ਦੋ ਤਰ੍ਹਾਂ ਦੇ ਉਹਨੇ ਦੁਸ਼ਮਣ ਆਪਦੇ ਜਿਹੜੇ ਟਿੱਕੇ ਸੀਗੇ, ਇੱਕ ਜਿਹੜੇ ਸਰਕਾਰੀ ਸੀਗੇ ਤੇ ਦੂਜਾ ਜਿਹੜੇ ਸਰਕਾਰੀ ਮੁਖਬਰ ਸੀਗੇ। ਤੇ ਸਰਕਾਰੀ ਮੁਖਬਰ ਅੰਗਰੇਜ਼ ਇੰਗਲੈਂਡ ਚੋਂ ਨਹੀਂ ਲੈ ਕੇ ਆਏ ਸੀ, ਸਰਕਾਰੀ ਮੁਖਬਰ ਸਾਡੇ ਹੀ ਸੀਗੇ, ਜਿਨ੍ਹਾਂ ਦੇ ਪੱਗਾਂ ਵੀ ਬੰਨੀਆਂ ਹੋਣੀਆਂ ਨੇ, ਟੋਪੀਆਂ ਵੀ ਲਈਆਂ ਹੋਣਗੀਆਂ, ਜਿਨ੍ਹਾਂ ਦੇ ਟਿੱਕੇ ਵੀ ਲਾਏ ਹੋਣਗੇ। ਤੇ ਬੱਬਰਾਂ ਨੇ ਚੁਣ ਕੇ ਜਿਹੜੇ ਸਰਕਾਰੀ ਮੁਖਬਰ ਹੀ ਕਰਦੇ ਸੀਗੇ ਕ੍ਰਾਂਤੀਕਾਰੀਆਂ ਦੀ, ਉਹਨਾਂ ਨੂੰ ਮਾਰਿਆ। ਇਹਦਾ ਫਿਰ ਮਾਨ ਸਾਹਿਬ ਜਵਾਬ ਦੇਣ ਕਿ ਬੱਬਰ ਅਕਾਲੀ ਲਹਿਰ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ। ਕੱਲਾ ਬੱਬਰ ਅਕਾਲੀ ਲਹਿਰ ਨਹੀਂ, ਉਸ ਤੋਂ ਬਾਅਦ ਵੀ ਜਿੰਨੀਆਂ ਇਸ ਮੁਲਕ ਦੇ ਵਿੱਚ ਲਹਿਰਾਂ ਚੱਲੀਆਂ, ਤੇ ਜਦੋਂ ਇਹ ਸਵਾਲ ਪੈਦਾ ਹੋਇਆ ਕਿ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ, ਇਨਕਲਾਬ ਕਰਨ ਵਾਸਤੇ ਸਾਡੇ ਰਾਹ ਦੇ ਵਿੱਚ ਜੋ ਵੀ ਕੋਈ ਰੋੜਾ ਬਣੂਗਾ ਉਹਨੂੰ ਪਾਸੇ ਕਰਨਾ ਸਾਡੀ ਮਜਬੂਰੀ ਆ। ਇਹ ਭਗਤ ਸਿੰਘ ਤੇ ਸਵਾਲ ਨਹੀਂ ਕੱਲਾ, ਇਹ ਸਾਰੀ ਦੀ ਸਾਰੀ ਉਸ ਲਹਿਰ ਤੇ ਸਵਾਲ ਆ, ਬੱਬਰ ਅਕਾਲੀ ਲਹਿਰ ਤੇ ਗਦਰ ਪਾਰਟੀ ਦੀ ਮੂਵਮੈਂਟ ਦੀ ਲਹਿਰ ਤੇ ਜਿਹੜਾ ਸਵਾਲ ਹੈਗਾ। ਮਾਨ ਸਾਹਿਬ ਨੂੰ ਇਹਦਾ ਜਵਾਬ ਦੇਣਾ ਚਾਹੀਦਾ। ਮਾਨ ਸਾਹਿਬ ਇਹ ਕਹਿੰਦੇ ਵੀ ਸਾਡੇ ਸ਼ਹੀਦ ਤਾਂ ਮਤਲਬ 84 ਤੋਂ ਬਾਅਦ ਇੱਥੇ ਆ ਕੇ ਸ਼ੁਰੂ ਹੋਏ ਆ। ਇਦੋਂ ਪਹਿਲਾਂ ਤਾਂ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਹੋਊਗੀ, ਭਾਰਤ ਲਈ ਦਿੱਤੀ ਹੋਊਗੀ। ਭਾਰਤ ਦਾ ਸ਼ਹੀਦ ਹੋ ਸਕਦਾ, ਸਾਡਾ ਸ਼ਹੀਦ ਨਹੀਂ, ਸਿੱਖਾਂ ਦਾ ਸ਼ਹੀਦ ਨਹੀਂ। ਦੇਖੋ ਭਗਤ ਸਿੰਘ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਹੱਲਾ ਸਰਕਾਰਾਂ ਨੇ ਕਿਸ ਤਰ੍ਹਾਂ ਕੀਤਾ, ਉਹਦੇ ਸਟicker ਛਾਪੇ ਇੱਕ ਵੱਖਰੀ ਤਰ੍ਹਾਂ ਦੇ। ਅਸੀਂ 1907 ਤੋਂ ਪਹਿਲਾਂ ਦਾ ਜਿਹੜਾ ਭਗਤ ਸਿੰਘ ਦੇਖਦੇ ਆ, ਗੋਰੇ ਖੰਗੇ ਸੀ ਤਾਈਓ ਟੰਗੇ ਸੀ, ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ, ਤੇ ਰਿਵਾਲਵਰ ਵਾਲਾ ਭਗਤ ਸਿੰਘ ਸਾਨੂੰ ਦਿਖਾਇਆ ਜਾਂਦਾ ਸੀਗਾ। ਇਹ ਪੰਜਾਬ ਦੀਆਂ ਉਹਨਾਂ ਧਿਰਾਂ ਨੇ ਜਿਹੜੀਆਂ ਲੋਕਾਂ ਵਾਸਤੇ ਲੜਦੀਆਂ, ਉਹਨਾਂ ਨੇ ਅਸਲ ਭਗਤ ਸਿੰਘ ਕੱਢ ਕੇ ਲੋਕਾਂ ਦੇ ਸਾਹਮਣੇ ਲਿਆਂਦਾ ਸੀਗਾ। ਤੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇਕੱਲਾ ਪਾਰਲੀਮੈਂਟ ਦਾ ਮਤਲਬ ਵੀ ਡਿਸਕਸ ਕਰਕੇ, ਇਕੱਲਾ ਚੰਨਣ ਸਿੰਘ ਨੂੰ ਮਾਰਨ ਵਾਲੀ ਜਿਹੜੀ ਵਾਰਦਾਤ ਆ ਉਹਦੇ ਬਾਰੇ ਸਵਾਲ ਪੈਦਾ ਕਰਕੇ ਕੋਸ਼ਿਸ਼ ਕੀਤੀ ਕਿ ਭਗਤ ਸਿੰਘ ਕਹਿੰਦਾ ਰਿਵਾਲਵਰ ਵਾਲਾ ਇਹਨਾਂ ਦੇ ਸਾਹਮਣੇ ਆਉਣਾ ਚਾਹੀਦਾ। ਪਰ ਭਗਤ ਸਿੰਘ ਦੀ ਸ਼ਖਸੀਅਤ ਇਹ ਤੋਂ ਕਿਤੇ ਵੱਡੀ ਸੀਗੀ। ਭਗਤ ਸਿੰਘ ਦੀ ਸ਼ਖਸੀਅਤ ਬਾਰੇ ਜੇ ਸਵਾਲ ਉਠਾਉਂਦੇ ਆ ਇਹ ਵੀ ਇੱਕ ਸਿੱਖ ਚੰਨਣ ਸਿੰਘ ਮਾਰਤਾ, ਫਿਰ ਮਾਨ ਸਾਹਿਬ ਦੱਸਣ ਕਿ ਭਗਤ ਸਿੰਘ ਨੇ ਬੱਬਰਾਂ ਬਾਰੇ ਇੱਕ ਲੇਖ ਲਿਖਿਆ ਸੀਗਾ ਕਿ ਹੋਲੀ ਦੇ ਦਿਨ ਤੇ 27 ਫਰਵਰੀ ਨੂੰ ਜਦੋਂ ਬੱਬਰ ਮਾਰੇ ਆ, 6 ਬੱਬਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ, ਤਾਂ ਉਹਨੇ ਸਾਡੇ ਲੋਕਾਂ ਨੂੰ ਲਾਹਨਤ ਪਾਈ ਕਿ ਸਾਡੇ ਲੋਕ ਸਾਡੇ ਵਾਸਤੇ ਮਰ ਗਏ ਆ, ਆਪਦਾ ਖੂਨ ਡੋਲ ਰਿਹਾ, ਤੇ ਅਸੀਂ ਇੱਕ ਦੂਜੇ ਤੇ ਰੰਗ ਸਿੱਟ ਕੇ ਹੋਲੀ ਦਾ ਤਿਉਹਾਰ ਮਨਾ ਰਹੇ ਆ। ਉਹ ਭਗਤ ਸਿੰਘ ਬਾਰੇ ਤੁਸੀਂ ਕਹੋਗੇ ਕਿ ਉਹਨੇ ਸਿੱਖ ਨੂੰ ਮਾਰਤਾ, ਜਿਹਦੀ ਸਿੱਖਾਂ ਨਾਲ ਇੰਨੀ ਜਿਹੜੀ ਮਤਲਬ ਹੈਗੀ ਦੋਸਤੀ ਸੀਗੀ, ਜਿਹਨੇ ਇਹ ਵੀ ਲਿਖਿਆ ਕਿ ਮੈਂ ਕੱਲਾ ਮਤਲਬ ਵੀ ਸਿੱਖ ਕੇਸ ਕਟਾਉਣ ਨਹੀਂ, ਮੈਂ ਸਿੱਖਾਂ ਦੇ ਬੰਦ ਕਟਾਉਣ ਦਾ ਵੀ ਕਾਇਲ ਹੈਗਾ। ਉਹ ਭਗਤ ਸਿੰਘ ਦੀ ਸ਼ਖਸੀਅਤ ਨੂੰ ਘਟਾਉਣ ਦੀ ਕੋਸ਼ਿਸ਼ ਆ ਮਾਨ ਸਾਹਿਬ ਦਾ ਇਹ ਬਿਆਨ ਜਿਹੜਾ ਹੈਗਾ। ਤੁਸੀਂ ਭਗਤ ਸਿੰਘ ਦੀਆਂ ਲਿਖਤਾਂ ਚੱਕ ਕੇ ਦੇਖੋ, ਕੋਈ ਵੀ ਇਸ ਤਰ੍ਹਾਂ ਦਾ ਮਤਲਬ ਵੀ ਮੁੱਦਾ ਨਹੀਂ ਹੈਗਾ ਜਿਹੜਾ ਭਗਤ ਸਿੰਘ ਨੇ ਛੱਡਿਆ ਹੋਵੇ। ਅਛੂਤ ਦਾ ਸਵਾਲ ਲੇਖ ਲਿਖਿਆ, ਉਹਨੇ ਕਿਹਾ ਕਿ ਸਾਡੇ ਸਮਾਜ 'ਚ ਇੱਕ ਬੰਦੇ ਨਾਲ ਇਸ ਕਰਕੇ ਵਿਤਕਰਾ ਕਰਦਾ ਕਿਉਂਕਿ ਉਹ ਪਿੱਟਿਆ ਹੋਇਆ। ਕਹਿੰਦਾ ਸਾਡੇ ਚੌਂਕੇ 'ਚ ਜਿਹੜਾ ਕੁੱਤਾ ਹੈਗਾ ਨਿਸ਼ੰਗ ਘੁੰਮ ਸਕਦਾ, ਪਰ ਇੱਕ ਬੰਦਾ ਸਾਡੇ ਚੌਂਕੇ 'ਚ ਵੜ ਜੇ ਤਾਂ ਸਾਡਾ ਚੌਂਕਾ ਪਿੱਟਿਆ ਜਾਂਦਾ। ਉਹਨੇ ਜਾਤ ਪਾਤ ਤੇ ਸਵਾਲ ਪੈਦਾ ਕੀਤਾ, ਉਹਨੇ ਧਰਮ ਦੇ ਨਾਂ ਤੇ ਸਵਾਲ ਪੈਦਾ ਕੀਤਾ। ਇਹ ਮਾਨ ਸਾਹਿਬ ਜਿਹੜੇ ਧਰਮ ਦੇ ਨਾਂ ਤੇ ਸਿਆਸਤ ਕਰਦੇ ਆ, ਹਿੰਦੂ ਸਿੱਖ ਦੀ ਸਿਆਸਤ ਕਰਦੇ ਆ, ਇਸ ਕਰਕੇ ਇਹਨਾਂ ਨੂੰ ਭਗਤ ਸਿੰਘ ਚੁੱਭਦਾ। ਭਗਤ ਸਿੰਘ ਨੇ ਲਿਖਿਆ ਕਿ ਅੰਗਰੇਜ਼ ਧਰਮ ਦੀ ਸਿਆਸਤ ਕਰਦੇ ਆ, ਮੰਦਰਾਂ ਦੇ ਬਾਹਰ ਉਹ ਗਾਵਾਂ ਵੱਢ ਕੇ ਸਿੱਟਦੇ ਆ, ਮਸਜਿਦਾਂ ਦੇ ਬਾਹਰ ਸੂਰ ਵੱਢ ਕੇ ਸਿੱਟਦੇ ਆ। ਇਹ ਧਰਮ ਦੀ ਸਿਆਸਤ ਤੋਂ ਸਾਨੂੰ ਉੱਪਰ ਉੱਠਣਾ ਪਊਗਾ ਤੇ ਮਜ਼ਦੂਰਾਂ ਦੀ ਗੱਲ ਕਰਨੀ ਪਊਗੀ। ਉਹ ਭਗਤ ਸਿੰਘ ਨੇ ਜਿਹਨੇ ਧਰਮ ਦੇ ਨਾਂ ਤੇ ਸਿਆਸਤ ਹੁੰਦੀ ਆ ਉਹ ਤੇ ਲਿਖਿਆ, ਅਛੂਤ ਦਾ ਸਵਾਲ ਲੇਖ ਲਿਖਿਆ, ਬੱਬਰਾਂ ਬਾਰੇ ਲੇਖ ਲਿਖਿਆ, ਵਿਦਿਆਰਥੀ ਰਾਜਨੀਤੀ ਲੇਖ ਲਿਖਿਆ। ਇੰਨੀਆਂ ਤਮਾਮ ਉਹਦੀਆਂ ਲਿਖਤਾਂ। ਤੇ ਉਹ ਭਗਤ ਸਿੰਘ ਜਿਹਨੇ ਕੱਲਾ ਜੇਲ੍ਹ ਦੇ ਵਿੱਚ ਰਹਿੰਦੇ ਹੋਏ 170 ਕਿਤਾਬਾਂ ਪੜ੍ਹੀਆਂ, ਤੇ ਇੱਕੋ ਲੇਖ ਮੇਰਾ ਖਿਆਲ ਭਗਤ ਸਿੰਘ ਨੇ ਆਪਦੇ ਬਾਹਰ ਇੱਕ ਕ੍ਰਾਂਤੀਕਾਰੀ ਨੂੰ ਲਿਖਿਆ ਸੀਗਾ। ਉਹ ਲੇਖ ਦੇ ਵਿੱਚ ਵੀ ਭਗਤ ਸਿੰਘ ਨੇ ਕਿਤਾਬਾਂ ਦੀ ਡਿਮਾਂਡ ਕੀਤੀ ਆ। ਜਿਹੜਾ ਭਗਤ ਸਿੰਘ ਇੱਕ ਚਿੰਤਨਸ਼ੀਲ ਨੌਜਵਾਨ ਸੀਗਾ, ਮਤਲਬ ਵੀ ਇੱਕ ਦੂਰਦ੍ਰਿਸ਼ਟੀ ਵਾਲਾ ਨੌਜਵਾਨ ਸੀ, ਸੰਸਾਰ ਪੱਧਰ ਦੇ ਕਹਿੰਦੇ ਕਹਾਉਂਦੇ ਫਿਲਾਸਫਰ ਜਿਹੜੇ ਬੰਦੇ ਨੇ ਪੜ੍ਹੇ ਸੀਗੇ। ਤੇ ਸਭ ਤੋਂ ਵੱਡੀ ਗੱਲ ਮਨਿੰਦਰ ਜੀ, ਜਿਹੜੇ ਭਗਤ ਸਿੰਘ ਕੋਲੇ ਪੂਰਾ ਖਾਕਾ ਸੀ ਤਿਆਰ, ਇੱਕ ਪੂਰਾ ਨਕਸ਼ਾ ਤਿਆਰ ਸੀ, ਅਸੀਂ ਕਿਸ ਤਰ੍ਹਾਂ ਦਾ ਮਾਹੌਲ ਮਤਲਬ ਵੀ ਦੇਸ਼ ਬਣਾਉਣਾ ਚਾਹੁੰਦੇ ਆ। ਉਹਨੇ ਲਿਖਿਆ ਕਿ ਸਮਾਜਵਾਦੀ ਪ੍ਰਬੰਧ ਉਸਾਰਨਾ, ਲੁੱਟ ਖਤਮ ਕਰਕੇ ਇੱਥੇ ਕਿਰਤੀ ਕਿਸਾਨਾਂ ਮਜ਼ਦੂਰਾਂ ਦਾ ਰਾਜ ਲਿਆਉਣਾ। ਇਹ ਕਿਸ ਤਰ੍ਹਾਂ ਦੇ ਨੌਜਵਾਨ ਨੂੰ ਕੱਲਾ ਇਹ ਕਹਿ ਕੇ ਕਿ ਉਹ ਤਾਂ ਪਾਰਲੀਮੈਂਟ 'ਚ ਬੰਬ ਸੁੱਟਤਾ ਤੇ ਉਹ ਤਾਂ ਅੱਤਵਾਦੀ ਆ, ਉਹਨੇ ਇੱਕ ਚੰਨਣ ਸਿੰਘ ਨੂੰ ਮਾਰਤਾ, ਉਹ ਅੱਤਵਾਦੀ ਹੈਗਾ। ਇਹ ਉਸੇ ਤਰ੍ਹਾਂ ਦਾ ਹਮਲਾ, ਜਿਸ ਤਰ੍ਹਾਂ ਦਾ ਹਮਲਾ ਸਾਮਰਾਜ ਭਗਤ ਸਿੰਘ ਦੇ ਨਕਸ਼ ਮਤਲਬ ਵੀ ਉਹਦੇ ਇੱਕ ਰੂਪ ਨੂੰ ਬਦਲ ਕੇ ਜਿਹੜਾ ਉਹਨਾਂ ਤੇ ਵਿੱਢ ਰਿਹਾ, ਉਸੇ ਤਰ੍ਹਾਂ ਸਾਡੀਆਂ ਸਰਕਾਰਾਂ RSS BJP ਜਿਸ ਤਰ੍ਹਾਂ ਭਗਤ ਸਿੰਘ ਤੇ ਆਪਦਾ ਹਮਲਾ ਵਿੱਢ ਰਹੀ ਆ। ਸਿਮਰਜੀਤ ਸਿੰਘ ਮਾਨ ਹੋਰਾਂ ਦਾ ਬਿਆਨ ਵੀ ਉਸੇ ਦਿਸ਼ਾ ਮਤਲਬ ਉਸੇ ਡਾਇਰੈਕਸ਼ਨ 'ਚ ਸਾਨੂੰ ਦੇਖਣਾ ਚਾਹੀਦਾ। ਭਗਤ ਸਿੰਘ ਦੀ ਸ਼ਖਸੀਅਤ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਮਾਨ ਸਾਹਿਬ ਨੇ ਕੀਤੀ ਹੈ।
ਮਾਨ ਸਾਹਿਬ ਦਾ ਬਿਆਨ ਆਇਆ, ਆਮ ਆਦਮੀ ਪਾਰਟੀ ਮੈਦਾਨ 'ਚ ਆ ਗਈ। ਆਮ ਆਦਮੀ ਪਾਰਟੀ ਦੇ ਜਿਹੜੇ ਉਚੇਰੀ ਸਿੱਖਿਆ ਦੇ ਮੰਤਰੀ ਮੀਤ ਹੇਰ ਕਹਿੰਦੇ ਕਿ ਮਾਨ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਜਿਹੜੇ ਭਗਤ ਸਿੰਘ ਨੂੰ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਅਸੀਂ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਦੇ ਵਿੱਚ ਲਗਾਈ, ਸਾਡੇ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਦੇ ਕਾਇਲ ਨੇ, ਆਸ਼ਕ ਨੇ, ਭਗਤ ਸਿੰਘ ਦੇ ਪੈਰੋਕਾਰ ਨੇ। ਕਿਵੇਂ ਦੇਖਦੇ ਹੋ, ਆਮ ਆਦਮੀ ਪਾਰਟੀ ਭਗਤ ਸਿੰਘ ਦੀ ਐਡੀ ਪੈਰੋਕਾਰ ਹੈ ਜਿਸ ਹਿਸਾਬ ਨਾਲ ਗੱਲ ਕਰ ਰਹੀ ਹੈ? ਜੇ ਆਮ ਆਦਮੀ ਪਾਰਟੀ ਭਗਤ ਸਿੰਘ ਦੀ ਪੈਰੋਕਾਰ ਆ ਹਾਂਜੀ ਤਾਂ ਫਿਰ ਜਲਿਆਂਵਾਲਾ ਬਾਗ ਜਿੱਥੇ ਗੋਲੀ ਚਲਾਈ ਜਨਰਲ ਡਾਇਰ ਨੇ, ਜੀ, ਭਗਤ ਸਿੰਘ ਉਦੋਂ ਮੇਰਾ ਖਿਆਲ 14 ਸਾਲ ਦਾ ਸੀਗਾ ਜਦੋਂ ਗਿਆ ਤੇ ਜਲਿਆਂਵਾਲੇ ਬਾਗ ਆਪਦੇ ਲੋਕਾਂ ਦੇ ਖੂਨ ਨਾਲ ਲੱਥਪੱਥ ਮਿੱਟੀ ਚੱਕ ਕੇ ਲਿਆਇਆ ਸੀਗਾ। ਤੇ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਆ, ਮਤਲਬ ਜਦੋਂ ਉਮੀਦਵਾਰ ਐਲਾਨਿਆ, ਕੇਜਰੀਵਾਲ ਵੀ ਇੱਥੇ ਆਇਆ ਸੀ ਤੇ ਜਲਿਆਂਵਾਲਾ ਬਾਗ ਜਾ ਕੇ ਕਹਿੰਦਾ ਮੈਂ ਮਤਲਬ ਵੀ ਉੱਥੇ ਸਜਦਾ ਕਰਕੇ ਆਇਆ ਸ਼ਹੀਦਾਂ ਨੂੰ ਜਾ ਕੇ। ਸਜਦਾ ਦਾ ਘਰ ਆਇਆ ਕਿ ਜਲਿਆਂਵਾਲਾ ਬਾਗ ਦਾ ਜਿਹੜਾ ਜਲੂਸ ਕੱਢਿਆ ਸਰਕਾਰ ਨੇ ਉਹ ਨਹੀਂ ਦਿਖਿਆਗਾ। ਜਿਹੜੀ ਤੰਗ ਗਲੀ ਵੱਜਦੀ ਸਾਡੇ ਲੋਕ ਭੀੜੇ ਹੋ ਕੇ ਲੰਘ ਕੇ ਗਏ ਤੇ ਕਰੋਲਿੰਗ ਕਰਾ ਕੇ ਡਾਇਰ ਨੇ ਬਾਹਰ ਕਢਾਏ ਸੀਗੇ, ਗੋਲੀ ਚਲਾਈ, ਜਿਹੜੀ ਗਲੀ ਸਾਰੀ ਖੂਨ ਨਾਲ ਭਰੀ ਹੋਈ ਸੀ 1919 ਦੇ ਵਿੱਚ। ਅੱਜ ਉਹ ਸਰਕਾਰ ਨੇ ਉੱਥੇ ਹੱਸਦੇ ਖੇਡਦੇ ਭੰਗੜੇ ਪਾਉਂਦੇ ਲੋਕਾਂ ਦੀਆਂ ਮੂਰਤਾਂ ਬਣਾ ਕੇ ਅੰਦਰ ਜਿੱਥੇ ਡਾਇਰ ਨੇ ਖੜ ਕੇ ਗੋਲੀ ਚਲਾਈ ਉਹ ਪੱਥਰ ਹੀ ਉੱਥੋਂ ਹਟਾ ਦਿੱਤਾ ਗਿਆ। ਇੰਨੀ ਭਰਤ ਪੈ ਗਈ ਹੈ ਕਿ ਇੱਕ ਗੋਲੀਆਂ ਦੇ ਨਿਸ਼ਾਨ ਵਾਲੀ ਕੰਧ ਥੱਲੇ ਧੱਸ ਚੁੱਕੀ ਆ। ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਥੇ ਪਤਾ ਲੱਗੂ ਗੋਲੀਆਂ ਚੱਲੀਆਂ ਸੀਗੀਆਂ। ਉਹ ਜਲਿਆਂਵਾਲਾ ਬਾਗ ਜਿਹਨੇ ਭਗਤ ਸਿੰਘ ਬਣਾਇਆ, ਨੌਜਵਾਨ ਕ੍ਰਾਂਤੀਕਾਰੀ ਪੈਦਾ ਕੀਤਾ, ਜਿਹੜਾ ਉਹਦਾ ਜਲੂਸ ਨਿਕਲਿਆ, ਜਿਹੜੇ ਫੋਟੋਆਂ ਲਾਉਂਦੇ ਆ ਉਹਦੇ ਦਫ਼ਤਰਾਂ ਦੇ ਵਿੱਚ, ਕਿਉਂ ਨਹੀਂ ਉੱਤੇ ਬੋਲਦੇਗੇ? ਜਲਿਆਂਵਾਲੇ ਬਾਗ ਦੀ ਇਤਿਹਾਸਕ ਦਿੱਖ ਵਿਗਾੜੀ ਗਈ ਆ, ਇਹ ਤੇ ਆਮ ਆਦਮੀ ਪਾਰਟੀ ਕਿਉਂ ਨਹੀਂ ਬੋਲਦੇਗੀ? ਤੁਸੀਂ ਸਰਾਭੇ ਦਾ ਘਰ ਜਾ ਕੇ ਦੇਖੋ, ਭਗਤ ਸਿੰਘ ਸਰਾਭੇ ਦੀ ਫੋਟੋ ਹਮੇਸ਼ਾ ਆਪਦੀ ਜੇਬ ਦੇ ਵਿੱਚ ਰੱਖਦਾ ਸੀਗਾ, ਆਪਦੇ ਆਪ ਨੂੰ ਨਾਇਕ ਮੰਨਦਾ ਸੀਗਾ। ਜਦੋਂ ਜੇਲ੍ਹ ਦੇ ਵਿੱਚ ਸੀਗਾ ਤਾਂ ਗਦਰ ਮੂਵਮੈਂਟ ਦੇ ਜਿਹੜੇ ਪਹਿਲੇ ਪ੍ਰਧਾਨ ਹੋਏ ਆ ਗਦਰ ਪਾਰਟੀ ਦੇ ਬਾਬਾ ਸੋਹਣ ਸਿੰਘ ਭਕਨਾ, ਉਹ ਵੀ ਉਸੇ ਜੇਲ੍ਹ ਦੇ ਵਿੱਚ ਸੀਗੇ। ਤਾਂ ਉਹ ਭਗਤ ਸਿੰਘ ਨੂੰ ਇੱਕ ਦਿਨ ਮਿਲਦੇ ਆ ਕੇ, ਕਹਿੰਦਾ ਪੁੱਤ ਅਸੀਂ ਤਾਂ ਨੰਗਾਲੀ, ਤੂੰ ਤਾਂ ਭਰ ਨੌਜਵਾਨ ਆ, ਤੂੰ ਇਸ ਰਾਹ ਤੇ ਕਿਉਂ ਚੱਲ ਪਿਆ? ਕਹਿੰਦਾ ਬਾਬਾ ਜੀ ਜੇ ਤੁਸੀਂ ਆ ਪੁੱਠੇ ਕੰਮ ਨਾ ਕਰਦੇ ਤਾਂ ਮੈਂ ਵੀ ਨਹੀਂ ਆਉਣਾ ਸੀਗਾ। ਕਹਿੰਦਾ ਮੈਂ ਤੁਹਾਨੂੰ ਦੇਖ ਕੇ ਆਇਆ, ਮੈਂ ਸਰਾਭੇ ਨੂੰ ਦੇਖ ਕੇ ਆਇਆ, ਸਰਾਭਾ ਮੇਰਾ ਨਾਇਕ ਆ। ਤੇ ਉਹ ਸਰਾਭੇ ਦਾ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਐਮਐਲਏ ਜਾ ਕੇ ਘਰ ਦੇਖ ਕੇ ਆਉਣ। ਇੱਕ ਨਸ਼ੇੜੀ ਦਾ ਘਰ ਲੱਗਦਾ, ਤੁਸੀਂ ਵੀ ਜ਼ਰੂਰ ਕਿਤੇ ਜਾਇਓ, ਕੰਧ ਡਿੱਗਣ ਵਾਲੀ ਆ, ਛੱਤ ਨੀਵੀਂ ਹੋ ਗਈ ਆ, ਉਹ ਲੱਗਦਾ ਨਹੀਂ ਇਸ ਸੰਸਾਰ ਦੇ ਸਭ ਤੋਂ ਮਹਾਨ ਕ੍ਰਾਂਤੀਕਾਰੀ ਦਾ ਘਰ ਹੋਵੇ। ਸੰਸਾਰ ਦੇ ਜਿਹੜੇ ਪਹਿਲੇ 6 ਪਾਇਲਟ ਆ ਉਹ ਚੋਂ ਕਰਤਾਰ ਸਿੰਘ ਸਰਾਭਾ ਇੱਕ ਸੀਗਾ। ਹਿੰਦੁਸਤਾਨ ਦਾ ਪਹਿਲਾ ਪਾਇਲਟ ਕਰਤਾਰ ਸਿੰਘ ਸਰਾਭਾ, ਤੇ ਉਹਦੇ ਘਰ ਦੀ ਹਾਲਤ ਆਮ ਆਦਮੀ ਪਾਰਟੀ ਨੂੰ ਨਹੀਂ ਦਿਖਦੀਗੀ। ਕ੍ਰਾਂਤੀਕਾਰੀ ਆਪਦੇ ਘਰਾਂ 'ਚ ਬਹੁਤ ਘੱਟ ਰਹਿੰਦੇ ਆ, ਗੁਪਤ ਟਿਕਾਣਿਆਂ ਦੇ ਵੱਧ ਰਹਿੰਦੇ ਰਹੇ ਆ। ਤੇ ਤੂੜੀ ਬਾਜ਼ਾਰ ਫਿਰੋਜ਼ਪੁਰ ਜਾ ਕੇ ਦੇਖੋ, ਭਗਤ ਸਿੰਘ ਤੇ ਉਹਦੇ ਸਾਥੀਆਂ ਨੇ, ਉਹਦੀ ਪਾਰਟੀ ਨੇ, ਉਹਦੀ ਨੌਜਵਾਨ ਭਾਰਤ ਸਭਾ ਨੇ ਤੂੜੀ ਬਾਜ਼ਾਰ ਫਿਰੋਜ਼ਪੁਰ ਆਪਦਾ ਗੁਪਤ ਟਿਕਾਣਾ ਬਣਾਇਆ ਸੀਗਾ। 2 ਮੰਜ਼ਲਾ ਇਮਾਰਤ ਕਿਰਾਏ ਤੇ ਲਈ। ਡਾਕਟਰ ਗਿਆ ਪ੍ਰਸਾਦ ਜਿਹੜਾ ਉਹਨਾਂ ਦਾ ਇੱਕ ਸਾਥੀ ਸੀ ਕ੍ਰਾਂਤੀਕਾਰੀ, ਉਹਦਾ ਦਵਾਖਾਨਾ ਖੋਲ੍ਹਿਆ ਤੇ ਉੱਪਰ ਆਪ ਰਹਿੰਦੇ ਸੀਗੇ। ਬੰਗਾਲ ਯੂਪੀ ਤੱਕ ਦੇ ਕ੍ਰਾਂਤੀਕਾਰੀ, ਕਿਉਂਕਿ ਸਾਂਝਾ ਪੰਜਾਬ ਸੀਗਾ, ਲਾਹੌਰ ਜਦੋਂ ਜਾਣਾ ਹੁੰਦਾ ਸੀ ਰਾਤ ਨੂੰ ਉੱਥੇ ਰੁਕਦੇ ਸੀ, ਚੱਲ ਯਾਰ ਸਵੇਰੇ ਗੱਡੀ ਚੜ੍ਹ ਜਾਾਂਗੇ, ਰਾਤ ਨੂੰ ਇੱਥੇ ਰੁਕ ਜਾਂਦੇ ਆ। ਉਹ ਗੁਪਤ ਟਿਕਾਣੇ ਦੀ ਹਾਲਤ ਅੱਜ ਜਾ ਕੇ ਦੇਖੋ, ਜਿੱਥੇ ਬਹਿ ਕੇ ਸਰਾਭੇ ਬਾਰੇ, ਕ੍ਰਾਂਤੀਕਾਰੀਆਂ ਬਾਰੇ ਭਗਤ ਸਿੰਘ ਨੇ ਜੀਵਨੀਆਂ ਲਿਖੀਆਂ, ਜਿੱਥੇ ਬਹਿ ਕੇ ਸਾਂਡਰਸ ਨੂੰ ਮਾਰਨ ਦੀ ਪਲਾਨਿੰਗ ਤੱਕ ਹੋਈ ਆ, 에ਅਰ ਪਿਸਟਲ ਦੇ ਨਾਲ ਜਿੱਥੇ ਬਹਿ ਕੇ ਉਹ ਕੰਧਾਂ ਦੇ ਨਿਸ਼ਾਨੇ ਲਾ ਕੇ ਪਹਿਲਾਂ ਪ੍ਰੈਕਟਿਸ ਕੀਤੀ ਸਾਂਡਰਸ ਨੂੰ ਮਾਰਨ ਤੋਂ। ਅੱਜ ਉਹ ਗੁਪਤ ਟਿਕਾਣੇ ਦਾ ਹਾਲ ਜਾ ਕੇ ਦੇਖੋ। ਇੱਕ ਬੀਜੇਪੀ ਦਾ ਬੰਦਾ, ਕੋਈ ਉਹਨੇ ਕਰਿਆਨੇ ਦੀ ਦੁਕਾਨ ਖੋਲ ਕੇ ਉੱਤੇ ਮਤਲਬ ਨਜਾਇਜ਼ ਕਬਜ਼ਾ ਕੀਤਾ ਹੋਇਆ, ਉੱਪਰ ਇੱਕ ਪਰਿਵਾਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਅਸੀਂ ਇਹ ਮੰਗ ਅਕਾਲੀ ਸਰਕਾਰ ਤੋਂ, ਟਾਈਮ ਨਵਜੋਤ ਸਿੱਧੂ ਵੀ ਰਹਿ ਗਿਆ, ਕਾਂਗਰਸ ਵੀ ਰਹਿ ਗਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਹਜੇ ਵੀ ਮੰਗ ਕਰ ਰਹੇ ਕਿ ਉਹ ਗੁਪਤ ਟਿਕਾਣੇ ਨੂੰ ਯਾਦਗਾਰ ਤੇ ਲਾਇਬ੍ਰੇਰੀ ਦੇ ਵਿੱਚ ਤਬਦੀਲ ਕਰੋ। ਤੇ ਆਮ ਆਦਮੀ ਪਾਰਟੀ ਜਿਹੜੀ ਆਪਦੇ ਦਫ਼ਤਰਾਂ 'ਚ ਭਗਤ ਸਿੰਘ ਦੀ ਫੋਟੋ ਲਾਉਂਦੀ ਆ, ਇਹਨੂੰ ਫਿਰ ਉਹ ਗੁਪਤ ਟਿਕਾਣਾ ਨਹੀਂ ਦਿਖ ਰਿਹਾ ਹੈਗਾ। ਮਦਨ ਲਾਲ ਢੀਂਗਰਾਂ ਦਾ ਘਰ ਜਾ ਕੇ ਅੰਮ੍ਰਿਤਸਰ ਦੇ ਵਿੱਚ, ਉਹ ਘਰ ਡਿੱਗਣ ਵਾਲਾ ਹੈਗਾ। ਸੁਖਦੇਵ ਜਿਹੜਾ ਲੁਧਿਆਣੇ ਦਾ ਸੀਗਾ, ਭਗਤ ਸਿੰਘ ਦੇ ਨਾਲ ਜਿਹਨੇ ਸ਼ਹੀਦੀ ਦਿੱਤੀ ਆ, ਉਹਦਾ ਲੁਧਿਆਣੇ ਜਾ ਕੇ ਘਰ ਦੇਖੋ। ਇੱਕ ਦਿਨ ਰਾਤ ਨੂੰ ਕੁੱਤਾ ਵੜ ਗਿਆ, ਵਾਚਮੈਨ ਸੁੱਤਾ ਪਿਆ ਸੀਗਾ, ਕੁੱਤਾ ਜਾ ਕੇ ਉਹਦੇ ਜਿਹੜੇ ਘਰ ਦੇ ਸਮਾਨ ਸੀ ਉੱਤੇ ਜਾ ਕੇ ਹੱਗ ਆਇਆ ਤੇ ਸਰਕਾਰ ਨੂੰ ਨਹੀਂ ਦਿਖਿਆਗਾ। ਇਹ ਜਿਹੜੀ ਆਮ ਆਦਮੀ ਪਾਰਟੀ ਆ, ਮਤਲਬ ਜਿਵੇਂ ਕਹਿਣਾ ਹੋਵੇ ਨਾ ਵੀ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ, ਇਹ ਤਾਂ ਭਗਤ ਸਿੰਘ ਦੀ ਫੋਟੋ ਵਰਤ ਕੇ ਸਿਆਸਤ ਕਰਦੇ ਆ। ਤੇ ਮਾਨ ਸਾਹਿਬ ਦਾ ਇੱਕ ਫਰਕ ਆ ਕਿ ਆਪਦੇ ਵਿਰੋਧੀ ਨੂੰ ਵਿਰੋਧੀ ਮੰਨਦੇ ਆ। ਉਹ ਜੋ ਸੀ ਦਿਲ 'ਚ ਉਹਨਾਂ ਨੇ ਕਹਿਤਾ, ਇਹ ਕਹਿੰਦੇ ਨਹੀਂਗੇ, ਇਹ ਸਾਨੂੰ ਬੇਵਕੂਫ ਬਣਾਉਂਦੇ ਆ। ਆਮ ਆਦਮੀ ਪਾਰਟੀ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਦੂਰ ਨੇੜੇ ਦਾ ਕੋਈ ਵਾਹ ਵਾਸਤਾ ਨਹੀਂ। ਕਾਰਪੋਰੇਟ ਦੀ ਪਾਰਟੀ ਆ। ਕੇਜਰੀਵਾਲ ਨੇ ਫੋਰਡ ਫਾਊਂਡੇਸ਼ਨ ਤੋਂ ਟ੍ਰੇਨਿੰਗ ਲੈ ਕੇ ਆਮ ਆਦਮੀ ਪਾਰਟੀ ਬਣਾਈ, ਹਿੰਦੁਸਤਾਨ ਦੀ ਇਨਕਲਾਬੀ ਲਹਿਰ ਨੂੰ ਖੱਸੀ ਕਰਨ ਵਾਸਤੇ, ਤੇ ਉਸੇ ਦੇ ਨਕਸ਼ੇ ਕਦਮ ਤੇ ਚੱਲ ਕੇ ਜਿਹੜੀ ਇਹ ਕੰਮ ਕਰ ਰਹੀ ਆ। ਭਗਤ ਸਿੰਘ ਕਾਰਪੋਰੇਟ ਦੇ ਖਿਲਾਫ ਸੀ। ਭਗਤ ਸਿੰਘ ਨੇ ਇਹ ਸੱਦਾ ਦਿੱਤਾ ਕਿ ਅਸੀਂ ਇੱਥੇ ਇਨਕਲਾਬ ਕਰਕੇ ਤਕੜੀਆਂ ਜਿਹੜੀਆਂ ਲੱਖਾਂ ਏਕੜ ਜ਼ਗੀਰਾਂ ਹੈਗੀਆਂ ਉਹ ਖੋਹ ਕੇ ਮਜ਼ਦੂਰਾਂ ਕਿਸਾਨਾਂ 'ਚ ਬਰਾਬਰ ਵੰਡਾਂਗੇ। ਕਾਰਪੋਰੇਟ ਦਾ ਸਰਮਾਇਆ
ਅੰਗਰੇਜ਼ਾਂ ਦਾ ਸਾਰਾ ਸਰਮਾਇਆ ਜ਼ਬਤ ਕਰਕੇ ਲੋਕਾਂ ਤੇ ਲਾਵਾਂਗੇ। ਤੇ ਨਹਿਰੂ ਨੇ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੰਦੇ ਭਗਤ ਸਿੰਘ ਦੀ ਇਸ ਗੱਲ ਦਾ ਮਜ਼ਾਕ ਉਡਾਇਆ ਸੀਗਾ ਕਿ ਮੈਨੂੰ ਉਹ ਨੌਜਵਾਨ ਤੇ ਹਾਸਾ ਆਉਂਦਾ ਜਿਹੜਾ ਕਹਿੰਦਾ ਅਸੀਂ ਅੰਗਰੇਜ਼ਾਂ ਦਾ ਸਾਰਾ ਸਰਮਾਇਆ ਜ਼ਬਤ ਕਰ ਲਾਂਗੇ। ਜਿਹੜਾ ਭਗਤ ਸਿੰਘ ਸਰਮਾਏਦਾਰਾਂ ਦੇ ਖਿਲਾਫ ਸੀ, ਆਮ ਆਦਮੀ ਪਾਰਟੀ ਜਿਹੜੀ ਸਰਮਾਏਦਾਰਾਂ ਦੀ ਪਾਰਟੀ ਆ ਉਹਦੀ ਫੋਟੋ ਲਾ ਕੇ ਕੱਲਾ ਢੋਂਗ ਕਰ ਰਹੀ ਆ। ਅੱਛਾ, ਇੱਕ ਗੱਲ ਤੇ ਹੁਣ ਸ਼ਹੀਦ ਤੇ ਫੇਰ ਆ ਜਾਂਦੇ ਆਪਾਂ ਵੀ ਫਿਰ ਮਾਨ ਸਾਹਿਬ ਦੇ ਮੁਤਾਬਕ ਸ਼ਹੀਦ ਕੌਣ ਹੋਊਗਾ? ਮਾਨ ਸਾਹਿਬ ਦੇ ਮੁਤਾਬਕ ਨਾ ਸ਼ਹੀਦ ਕੌਣ ਹੋਵੇ ਤੇ ਇਹ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਮਾਨ ਸਾਹਿਬ ਖਾਲਿਸਤਾਨ ਦੇ ਨਾਮ ਤੇ ਸਿਆਸਤ ਕਰ ਰਹੇ ਆ ਜੀ। ਪੰਜਾਬ ਦੇ ਨੌਜਵਾਨ ਨਾ ਕਿਤੇ ਘੇਰ ਕੇ ਇਹਨਾਂ ਨੂੰ ਪੁੱਛਣ ਕਿਸੇ ਪਿੰਡ ਦੇ ਵਿੱਚ ਕਿ ਜਦੋਂ ਹਰਮੰਦਰ ਸਾਹਿਬ ਅਟੈਕ ਹੋਇਆ ਸੀਗਾ, ਮਾਨ ਸਾਹਿਬ ਆਪਦੇ ਘਰੇ ਮੋਟਰ ਤੇ ਨਹਾ ਰਹੇ ਸੀਗੇ। ਜਿਹੜੇ ਕਹਿੰਦੇ ਚੰਨਣ ਸਿੰਘ ਸਿੱਖ ਮਾਰਤਾ, ਹਰਮੰਦਰ ਸਾਹਿਬ ਕਿੰਨੇ ਸਿੱਖ ਮਾਰੇ ਆ? ਠੀਕ ਹੈ, ਜਦੋਂ ਸਾਰਾ ਸੰਸਾਰ ਦੀਆਂ ਅੱਖਾਂ ਹਰਮੰਦਰ ਸਾਹਿਬ ਤੇ ਗੱਡੀਆਂ ਹੋਈਆਂ ਤੇ ਸਾਡਾ ਸਭ ਤੋਂ ਪਾਵਨ ਪਵਿੱਤਰ ਜਿਹੜਾ ਸਥਾਨ ਆ ਹਰਮੰਦਰ ਸਾਹਿਬ, ਉਹ ਤੇ ਗੋਲੀ ਚਲਾਈ ਗਈ। ਤੇ ਜਿਹੜੇ ਮਾਨ ਸਾਹਿਬ ਸਿੱਖਾਂ ਦੇ ਨਾਮ ਤੇ ਸਿਆਸਤ ਕਰਦੇ ਆ, ਹਿੰਦੂ ਸਿੱਖ ਦੀ ਸਿਆਸਤ ਕਰਦੇ ਆ, ਇਹ ਫਿਰ ਹਰਮੰਦਰ ਸਾਹਿਬ ਜਿੱਦਣ ਅਟੈਕ ਹੋ ਰਿਹਾ ਸੀ ਉਦੋਂ ਘਰੇ ਬੈਠ ਕੇ ਆਰਾਮ ਨਾਲ ਨਹਾ ਕਿਉਂ ਰਹੇ ਸੀਗੇ? ਇਹਨਾਂ ਤੋਂ ਸਵਾਲ ਪੁੱਛੋ ਕਿ ਸੁਖਬੀਰ ਬਾਦਲ ਜਿਹਨੇ ਸਾਡੀ ਪੱਤ ਰੋਲੀ, ਸਾਡੇ ਜਿਹਨੂੰ ਅਸੀਂ ਪਤਾ ਪਿਓ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਜਿਹਦੀ ਬੇਅਦਬੀ ਕੀਤੀ, ਜਿਹਨੇ ਨਸ਼ਿਆਂ ਨਾਲ ਰੋੜ ਰੋੜ ਕੇ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਹੈ ਗਲਤਾਨ ਕੀਤੀ ਆ, ਉਸੇ ਨਾਲ ਬੈਠ ਕੇ ਮਾਨ ਸਾਹਿਬ ਨੇ ਸੰਗਰੂਰ ਜੀਵਨੀ ਚੋਣ ਤੋਂ ਪਹਿਲਾਂ ਬੈਠਕ ਕੀਤੀ ਆ। ਇਹ ਪੂਰਾ ਲੱਗਦਾ ਸੀ ਵੀ ਇਹਨਾਂ ਨਾਲ ਗੱਠਜੋੜ ਹੋਊਗਾ ਅਕਾਲੀ ਦਲ ਦੇ ਨਾਲ ਮਾਨ ਸਾਹਿਬ ਦਾ। ਇਹ ਤਾਂ ਚਲੋ ਮਾਨ ਸਾਹਿਬ ਨੂੰ ਭਰੋਸਾ ਹੀ ਇਹਨਾਂ ਸੀ ਅਸੀਂ ਜਿੱਤ ਜਾਣਾ, ਉਹਨੇ ਟਿੱਚ ਜਾਣਾ ਸੁਖਬੀਰ ਬਾਦਲ ਨੂੰ, ਨਹੀਂ ਤਾਂ ਪੂਰੀ ਤਿਆਰੀ ਸੀ। ਫਿਰ ਦੱਸਣ ਮਾਨ ਸਾਹਿਬ ਜਿਹੜੇ ਕਹਿੰਦੇ ਆ ਕਿ ਅਸੀਂ ਖਾਲਿਸਤਾਨ ਚਾਹੁੰਦੇ ਆ, ਅਸੀਂ ਸਿੱਖਾਂ ਦਾ ਰਾਜ ਚਾਹੁੰਦੇ ਆ, ਫਿਰ ਅਕਾਲੀ ਦਲ ਨਾਲ ਬੈਠਕਾਂ ਤੁਸੀਂ ਕਿਉਂ ਕਰਦੇ ਆ? ਇਹਨਾਂ ਨੂੰ ਪੁੱਛੋ ਜਾ ਕੇ। ਫੇਸਬੁੱਕ ਤੇ ਵੀ ਵਾਇਰਲ ਹੋ ਰਹੀ ਆ ਗੱਲ ਕਿ ਐਸਐਸਪੀ ਰਹਿੰਦਿਆਂ ਦੌਰਾਨ ਇਹਨਾਂ ਨੇ ਸਰਾਇਨਾਗਾ ਜਾ ਕੇ ਸਭ ਤੋਂ ਪਹਿਲਾਂ 4 ਨਿਹੰਗਾਂ ਦਾ ਪੁਲਿਸ ਮੁਕਾਬਲਾ ਬਣਾਇਆ ਕਿ ਉਹ ਗੁਰੂ ਦੀ ਫੌਜ ਨਹੀਂ ਸੀਗੀ। ਇਹ ਜਿਹੜੇ ਖਾਲਿਸਤਾਨ ਦੇ ਨਾਂ ਤੇ ਢੰਡੋਰਾ ਪਿੱਟਣ ਵਾਲੇ ਆ, ਚੈੱਕ ਕਰਨ ਵਾਲਾ ਮਨਿੰਦਰ ਜੀ ਕਿ ਵਾਕਈ ਖਾਲਿਸਤਾਨ ਵਾਸਤੇ ਲੜ ਰਹੇ ਆ ਕਿ ਨਹੀਂ ਲੜ ਰਹੇ। ਕਿਤੇ ਕੋਈ ਇੰਟੈਲੀਜੈਂਸਾਂ ਦਾ ਖੜਾ ਕੀਤਾ ਜਿਹੜਾ ਖਾਲਿਸਤਾਨ ਉਹ ਵੀ ਘੁੰਮ ਰਿਹਾ ਪੰਜਾਬ ਦੇ ਵਿੱਚ, ਕਿਤੇ ਉਹਦੀ ਅਗਵਾਈ ਤਾਂ ਨਹੀਂ ਇਹ ਕਰ ਰਹੇਗੇ। ਠੀਕ ਆ, ਜਦੋਂ ਭੀੜ ਪੈਂਦੀ ਉਦੋਂ ਪਿੱਛੇ ਹਟ ਜਾਂਦੇ ਆ, ਤੇ ਜਦੋਂ ਲੱਗਦਾ ਵੀ ਹੁਣ ਮੇਰਾ ਦਾਅ ਲੱਗ ਸਕਦਾ ਤੇ ਉਦੋਂ ਨਿੱਤਰ ਕੇ ਸਾਹਮਣੇ ਆ ਜਾਂਦੇ ਆ। ਸਿੱਖ ਤੇ ਹਿੰਦੂ ਦੀ ਸਿਆਸਤ ਕਰਦੇ ਆ, ਜਿਸ ਤਰ੍ਹਾਂ ਭਾਜਪਾ ਆਰਐਸਐਸ ਹਿੰਦੂ ਦੀ ਸਿਆਸਤ ਕਰਦੀ ਆ, ਹਿੰਦੂਆਂ ਦਾ ਅਖੰਡ ਭਾਰਤ, ਉਸੇ ਤਰ੍ਹਾਂ ਸਿੱਖਾਂ ਦੇ ਨਾਮ ਤੇ ਮਤਲਬ ਵੀ ਖਾਲਿਸਤਾਨ ਦੀ ਜਿਹੜੀ ਹੈਗੀ ਆ ਉਹ ਸਿਆਸਤ ਕਰਦੇ ਆ। ਇਸ ਕਰਕੇ ਇਹਨਾਂ ਤੋਂ ਪੰਜਾਬ ਦੀ ਜਵਾਨੀ ਨੂੰ ਬਚ ਕੇ ਰਹਿਣਾ ਚਾਹੀਦਾ। ਇਹਨਾਂ ਦਾ ਹੀਜ ਪਿਆਜ ਤਾਂ ਚੱਲ ਅੱਜ ਹੀ ਨੰਗਾ ਹੋ ਗਿਆ, ਮਤਲਬ ਏਕਤਾ ਦੇ ਖੰਡ ਦਾ ਭਾਰਤ ਦੀ ਉਹ ਤੇ ਇਹਨਾਂ ਨੇ ਸਹੁੰ ਚੱਕ ਲਈ ਆ। ਖਾਲਿਸਤਾਨ ਦੇ ਰਾਹ ਦੇ ਵਿੱਚ ਭਾਰਤ ਦੀ ਸੋ ਕਾਲਡ ਏਕਤਾ ਦੇ ਖੰਡ ਤਾਂ ਸਭ ਤੋਂ ਵੱਡੀ ਰੁਕਾਵਟ ਆ, ਤੇ ਉਹਦੀ ਸਹੁੰ ਚੱਕ ਆਇਆ। ਇਹਦਾ ਮਤਲਬ ਸਾਰਾ ਕੁਝ ਨੰਗਾ ਹੋ ਗਿਆ। ਹੁਣ ਪੰਜਾਬ ਦੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ। ਦੂਸਰੀ ਗੱਲ ਜਿਹੜੀ ਤੁਸੀਂ ਸ਼ਹੀਦ ਵਾਲੀ ਕੀਤੀ ਆ, ਇਹ ਤਾਂ ਚਲੋ ਤੁਸੀਂ ਫਿਰ ਵੀ ਕਿਤੇ ਟੌਪਿਕ ਰੱਖੋ, ਫਿਰ ਵੀ ਲੰਬੀ ਚੌੜੀ ਗੱਲ ਕਰਾਂਗੇ। ਮੈਂ ਤਾਂ ਇੰਨੀ ਗੱਲ ਹੀ ਕਹਿਣਾ ਚਾਹੂੰਗਾ ਹਾਲ ਦੀ ਘੜੀ ਅੱਜ ਕਿ ਮਾਨ ਸਾਹਿਬ ਬਾਰੇ ਸਾਨੂੰ ਪਤਾ ਹੈ ਕਿੰਨਾਂ ਨੂੰ ਸ਼ਹੀਦ ਮੰਨਦੇ ਆ। ਠੀਕ ਹੈ, ਮਾਨ ਸਾਹਿਬ ਦੀ ਅਨੁਸਾਰ ਤਾਂ ਡੈਫੀਨੇਸ਼ਨ ਸ਼ਹੀਦ ਦੀ ਹੈ ਕਿ ਤੁਹਾਡੀ ਇੱਕ ਗਰਲਫ੍ਰੈਂਡ ਹੋਣੀ ਚਾਹੀਦੀ ਹੈ, ਤੁਸੀਂ ਸ਼ਰਾਬ ਪੀਂਦੇ ਹੋਵੋ, ਤੇਜ਼ ਗੱਡੀ ਭਜਾਉਂਦੇ ਹੋਵੋ, ਪੌਸ਼ ਗੱਡੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ, ਤੇਜ਼ ਗੱਡੀ ਭਜਾਓ, ਟਰੱਕ 'ਚ ਮਾਰ ਦਿਓ, ਅਸੀਂ ਤੁਹਾਨੂੰ ਸ਼ਹੀਦ ਦਾ ਖਿਤਾਬ ਦੇ ਦਾਂਗੇ। ਤੁਸੀਂ ਜੱਟਵਾਦ ਨੂੰ ਬੜਾਵਾ ਦੇਣ ਵਾਲੇ ਗੀਤ ਗਾਉਂਦੇ ਹੋਵੋ, ਫਿਰ ਤੁਹਾਨੂੰ ਸ਼ਹੀਦ ਦਾ ਖਿਤਾਬ ਦੇਵਾਂਗੇ। ਤੁਸੀਂ ਮੈਂ ਕਰੀ ਚੱਲੋ, ਜਿਹੜੀ ਬਾਣੀ ਕਹਿੰਦੀ ਹੈ ਕਿ ਮੈਂ ਨਹੀਂ ਤੂੰ ਹੀ ਤੂੰ, ਉਸ ਪੰਜਾਬ ਦੀ ਧਰਤੀ ਤੇ ਖੜ ਕੇ ਮੈਂ ਆਹ ਕਰਤਾ, ਮੈਂ ਇੰਨੇ ਵਿਊ ਮਿਲਦੇ ਆ, ਮੈਂ ਜੱਟ ਹੁੰਨਾ, ਮੈਂ ਟਿੱਬਿਆਂ ਦਾ ਪੁੱਤ ਹੁੰਨਾ, ਜੇ ਤੁਸੀਂ ਆਹ ਗਾਣੇ ਗਾਓਗੇ ਫਿਰ ਤੁਹਾਨੂੰ ਸ਼ਹੀਦ ਦਾ ਖਿਤਾਬ ਮਿਲੂਗਾ। ਮਾਨ ਸਾਹਿਬ ਅਨੁਸਾਰ ਤਾਂ ਸ਼ਹੀਦ ਦੀ ਜਿਹੜੀ ਡੈਫੀਨੇਸ਼ਨ ਇਹ ਆ। ਦੂਸਰਾ ਇੱਕ ਸਵਾਲ ਵੀ ਮੈਂ ਪੈਦਾ ਕਰਨਾ ਚਾਹੂੰਗਾ, ਜੇ ਇੱਕ ਬੰਦੇ ਨੂੰ ਮਾਰਨ ਕਰਕੇ ਭਗਤ ਸਿੰਘ ਅੱਤਵਾਦੀ ਆ, ਫਿਰ ਜਿੰਦਾ ਤੇ ਸੁੱਖੇ ਬਾਰੇ ਤੁਸੀਂ ਕੀ ਕਹਿੰਦੇ ਹੋ? ਜਰਨਲ ਵੈਦਿਆਂ ਨੂੰ ਜਿਨ੍ਹਾਂ ਨੇ ਮਾਰਿਆ, ਬੇਅੰਤ ਸਿੰਘ ਨੂੰ ਮਾਰਿਆ, ਰਾਜੂਆਣਾ ਜਾਂ ਹੋਰ ਤਮਾਮ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ, ਮਾਰਿਆ ਤਾਂ ਉਹਨਾਂ ਨੇ ਵੀ ਆ, ਫਿਰ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਜੇ ਕੱਲਾ ਮੈਂ ਪਹਿਲਾਂ ਹੀ ਕਿਹਾ ਕਿ ਜੇ ਵਿਰੋਧੀ ਨੂੰ ਮਾਰਨ ਕਰਕੇ ਜਿਹੜਾ ਤੁਹਾਡੇ ਰਾਹ ਦੇ ਵਿੱਚ ਰੁਕਾਵਟ ਆ ਉਹ ਅੱਤਵਾਦੀ ਬਣ ਜਾਂਦਾ, ਫਿਰ ਮਾਨ ਸਾਹਿਬ ਨੂੰ ਇਹਨਾਂ ਬਾਰੇ ਵੀ ਦੱਸਣਾ ਚਾਹੀਦਾ। ਠੀਕ ਹੈ, ਸ਼ਹੀਦ ਦੀ ਜਿਹੜੀ ਪਰਿਭਾਸ਼ਾ ਸਾਡੇ ਅਨੁਸਾਰ, ਜਿਹੜਾ ਬੰਦਾ ਜਿਹੜੀ ਧਰਤੀ ਤੇ ਰਹਿੰਦੇ ਆ ਆਪਦੀ ਧਰਤੀ ਦੀ ਬਿਹਤਰੀ ਵਾਸਤੇ ਕਾਰਜ ਕਰਦਿਆਂ ਹੋਇਆ ਸ਼ਹੀਦ ਹੁੰਦਾ, ਉਹ ਸ਼ਹੀਦ ਆ। ਠੀਕ ਹੈ, ਇੱਥੇ ਦੋ ਦੇਸ਼ ਆਪਸ 'ਚ ਲੜ ਰਹੇ ਆ, ਮਰ ਗਏ, ਇਧਰਲੇ ਫੌਜੀ ਭਾਰਤ ਵਾਸਤੇ ਸ਼ਹੀਦ ਆ, ਉਧਰਲੇ ਪਾਕਿਸਤਾਨ ਵਾਸਤੇ ਸ਼ਹੀਦ ਆ। ਠੀਕ ਹੈ, ਇੱਥੇ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਜਿਹੜੇ ਸਾਡੇ ਸਾਂਝੇ ਉਦੋਂ ਵਾਸਤੇ ਲੜਦੇ ਆ, ਉਹ ਸ਼ਹੀਦ ਹੈਗੇ ਆ। ਬਾਕੀ ਅਸੀਂ ਕਹਿੰਦੇ ਕਿ ਤੁਸੀਂ ਜਿਹਨੂੰ ਮਰਜ਼ੀ ਸ਼ਹੀਦ ਕਹੋ, ਜੇ ਤੁਹਾਨੂੰ ਕੋਈ ਆਪਦੇ ਅਨੁਸਾਰ ਕੋਈ ਸ਼ਹੀਦ ਲੱਗਦਾ ਕਹਿ ਦਿਓ, ਪਰ ਤੁਹਾਨੂੰ ਕਿਸੇ ਦਾ ਸ਼ਹੀਦ ਖੋਣ ਦੀ ਜਿਹੜੀ ਆਗਿਆ ਨਹੀਂ ਅਸੀਂ ਦੇ ਸਕਦੇਗੇ। ਅਸੀਂ ਇਸ ਧਰਤੀ ਤੇ
ਭਗਤ ਸਿੰਘ ਉਹ ਸ਼ਖਸੀਅਤ ਆ ਜਿਹਦਾ ਕੱਲਾ ਪੰਜਾਬ 'ਚ ਨਹੀਂ, ਸਾਂਝਾ ਪੰਜਾਬ ਜਿਹੜਾ ਉਧਰ ਸਾਡਾ ਰਹਿ ਗਿਆ, ਸਭ ਤੋਂ ਵੱਧ ਉਧਰ ਦੇ ਲੋਕ ਸਾਡੇ ਸ਼ਹੀਦਾਂ ਜਿਹੜਾ ਦਿਨ ਮਨਾਉਂਦੇ ਆ। ਸ਼ਾਂਤਮਾਨ ਚੌਂਕ ਲਾਹੌਰ ਦਾ ਅੱਜ ਤੱਕ ਪਾਕਿਸਤਾਨ ਦੇ ਲੋਕਾਂ ਦੀ ਮੰਗ ਆ। ਅੱਤਵਾਦੀਆਂ ਨੇ ਧਮਕੀਆਂ ਤੱਕ ਦਿੱਤੀਆਂ, ਪਰ ਲੋਕਾਂ ਦੀ ਮੰਗ ਆ ਸ਼ਾਂਤਮਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਣਾ ਚਾਹੀਦਾ। 23 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਦੀਪਮਾਲਾ ਹੁੰਦੀ ਆ, ਜਿੱਥੇ ਜਿੱਥੇ ਦੁਨੀਆ ਵਸਦੀ ਆ ਉੱਥੇ ਉੱਥੇ ਭਗਤ ਸਿੰਘ ਦਾ ਲੋਕ ਜਿਹੜਾ ਨਾਮ ਆ ਉਹ ਚੇਤੇ ਕਰਦੇ ਆ। ਇਹਨਾਂ ਦੇ ਅਨੁਸਾਰ ਸ਼ਹੀਦ ਤਾਂ ਫਿਰ ਉਹ ਹੋਇਆ ਬਈ ਭਗਤ ਸਿੰਘ ਬ੍ਰਿਟਿਸ਼ ਹਕੂਮਤ ਦੇ ਖਿਲਾਫ ਲੜਦਾ ਸੀਗਾ, ਉਹ ਸਾਡਾ ਸ਼ਹੀਦ ਆ। ਇਹਨਾਂ ਵਾਸਤੇ ਅੱਤਵਾਦੀ ਆ। ਉਸ ਟਾਈਮ ਤੇ ਜਦੋਂ ਭਗਤ ਸਿੰਘ ਜਿਉਂਦਾ ਸੀ ਉਹ ਕਿੰਨਾ ਵਾਸਤੇ ਅੱਤਵਾਦੀ ਸੀਗਾ? ਉਹ ਅੰਗਰੇਜ਼ਾਂ ਵਾਸਤੇ ਅੱਤਵਾਦੀ ਸੀ, ਬ੍ਰਿਟਿਸ਼ ਹਕੂਮਤ ਵਾਸਤੇ ਅੱਤਵਾਦੀ ਸੀਗਾ। ਤੇ ਜਿਹੜਾ ਮਾਰਿਆ ਸਾਂਡਰਸ ਉਹ ਕਿੰਨਾ ਦਾ ਸ਼ਹੀਦ ਸੀਗਾ? ਉਹ ਬ੍ਰਿਟਿਸ਼ ਹਕੂਮਤ ਦਾ ਸ਼ਹੀਦ ਸੀਗਾ। ਜੇ ਸਾਂਡਰਸ ਨੂੰ ਮਾਰਨ ਕਰਕੇ ਸਾਡਾ ਭਗਤ ਸਿੰਘ ਅੱਤਵਾਦੀ ਆ ਮਾਨ ਦੀਆਂ ਨਜ਼ਰਾਂ ਦੇ ਵਿੱਚ, ਤਾਂ ਇਹਦਾ ਮਤਲਬ ਇਹ ਲਕੀਰ ਦੇ ਦੂਜੇ ਪਾਸੇ ਖੜੇ ਆ। ਤੇ ਇਤਿਹਾਸ ਵੀ ਫਰੋਲ ਕੇ ਦੇਖ ਲਓ, ਇਹਨਾਂ ਦੇ ਨਾਨਾ ਅਰੂੜ ਸਿੰਘ ਨੇ ਜਰਨਲ ਡਾਇਰ ਜਿਹਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸਾਡੇ ਨਿਹੱਥੇ ਲੋਕਾਂ ਦੇ ਜਲਿਆਂਵਾਲੇ ਬਾਗ ਦੇ ਵਿੱਚ, ਉਹਨੂੰ ਸਰੋਪਾ ਪਾਇਆ, ਕਹਿੰਦੇ ਅਮਰ ਛਕ ਲਓ। ਉਹ ਕਹਿੰਦਾ ਵੀ ਮੈਂ ਨਹੀਂ, ਮੈਂ ਇੱਕ ਅੰਗਰੇਜ਼ ਅਫਸਰ ਹੋਣ ਦੇ ਨਾਤੇ ਦਾੜੀ ਨਹੀਂ ਵਧਾ ਸਕਦਾ। ਕਹਿੰਦੇ ਹੌਲੀ ਹੌਲੀ ਵਧਾ ਲਿਓ। ਕਹਿੰਦਾ ਫਿਰ ਮੈਂ ਬੀੜੀ ਪੀਣਾ। ਕਹਿੰਦਾ ਬੀੜੀ ਤੁਹਾਡੀ ਹੌਲੀ ਹੌਲੀ ਛੁਡਾ ਦਾਂਗੇ, ਤੁਹਾਨੂੰ ਛੋਟ ਦੇ ਦਾਂਗੇ। ਐਸੀ ਕਿ ਤੈਸੀ ਸਾਡੇ ਸਿੱਖ ਸਿਧਾਂਤੀ ਇਹਨਾਂ ਨੇ ਫੇਰੀ ਆ। ਮਾਨ ਦੇ ਜਿਹੜੇ ਨਾਨੇ ਨੇ ਉਹ ਇਤਿਹਾਸ ਫਰੋਲ ਕੇ ਦੇਖੋ, ਇਹਨਾਂ ਦਾ ਉਸ ਟਾਈਮ ਤੋਂ ਇਤਿਹਾਸ ਚੱਲਦਾ ਹੁੰਦਾ। ਜਿਹੜੇ ਲਕੀਰ ਦੇ ਦੂਜੇ ਪਾਸੇ ਖੜੇ ਸੀ ਸਾਡੇ ਭਗਤ ਸਿੰਘ ਹੋਰੀ, ਸਾਡੇ ਸ਼ਹੀਦ ਲਕੀਰ ਦੇ ਇਸ ਪਾਸੇ ਖੜੇ ਸੀਗੇ। ਇਸ ਕਰਕੇ ਉਸ ਟਾਈਮ ਤੋਂ ਉਹਨਾਂ ਨੂੰ ਅੱਤਵਾਦੀ ਇਸ ਕਰਕੇ ਲੱਗਦੇ ਕਿਉਂਕਿ ਬ੍ਰਿਟਿਸ਼ ਹਕੂਮਤ ਦੇ ਨਾਲ ਖੜੇ ਸੀਗੇ। ਉਹੀ ਪੀੜ੍ਹੀ ਦਰ ਪੀੜ੍ਹੀ ਅੱਜ ਵੀ ਜਿਹੜੀ ਗੱਲ ਆ ਉਹ ਚੱਲਦੀ ਆ ਰਹੀ ਆ। ਐਸਐਸਪੀ ਰਹੇ ਆ ਇਸ ਭਾਰਤ ਦੀ ਜਿਹੜੀ ਹੈਗੀ ਆ ਸੱਤਾ ਦੇ ਵਿੱਚ ਜਿਹੜੀ ਸਰਕਾਰ ਸੀ ਉਹਦੇ ਐਸਐਸਪੀ ਰਹੇ ਆ। ਐਸਐਸਪੀ ਹੁੰਦੇ ਸੇਵਾਵਾਂ ਨਿਭਾਉਂਦੇ ਰਹੇ ਆ। ਤੇ ਉਸ ਟਾਈਮ ਤੇ ਮਨਿੰਦਰ ਜੀ ਐਸਐਸਪੀ ਰਹੇ ਆ ਜਦੋਂ ਨਕਸਲਵਾੜੀ ਮੂਵਮੈਂਟ ਪੈਦਾ ਹੁੰਦੀ ਆ ਇਸ ਧਰਤੀ ਦੇ ਉੱਤੇ। ਤੇ ਉਸ ਟਾਈਮ ਤੇ ਐਸਐਸਪੀ ਰਹੇ ਆ ਜਦੋਂ ਖਾਲਿਸਤਾਨੀ ਜਿਹੜੀ ਮੂਵਮੈਂਟ ਆ ਉਹ ਪੈਰ ਪਸਾਰ ਰਹੀ ਸੀਗੀ। 67 ਦੇ ਵਿੱਚ ਜੁਆਇਨ ਕੀਤਾ ਤੇ 84 ਚ ਆ ਕੇ ਇਹਨਾਂ ਨੇ ਜਿਹੜਾ ਰਿਜ਼ਾਈਨ ਦੇਤਾ। ਪਰ ਐਸਐਸਪੀ ਰਹਿੰਦਿਆਂ ਕਿੰਨੇ ਲੋਕਾਂ ਦੇ ਤਸ਼ੱਦਦ ਕੀਤਾ। ਅਸੀਂ ਇਸ ਗੱਲ ਦੇ ਗਵਾਹ, ਸਾਡੀ ਬਹੁਤ ਸਾਰੇ ਪੁਰਾਣੇ ਬੰਦਿਆਂ ਨਾਲ ਗੱਲ ਹੋਈ ਕਿ ਜਿਵੇਂ ਜਰਨਲ ਡਾਇਰ ਨੇ ਕਰੋਲਿੰਗ ਕਰਾ ਕੇ ਸਾਡੇ ਲੋਕਾਂ ਨੂੰ ਜਲਿਆਂਵਾਲੇ ਬਾਗ ਚੋਂ ਲੰਘਾਇਆ ਨਾ ਗਲੀਆਂ ਦੇ ਵਿੱਚੋਂ, ਇਹ ਮਾਨ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਲੰਘਾਇਆ ਜਦੋਂ ਐਸਐਸਪੀ ਰਹੇ ਆ। ਤਾਂ ਫਿਰ ਐਸਐਸਪੀ ਆਪਦੇ ਇਤਿਹਾਸਕ ਜਿਹੜੀ ਵਿਰਾਸਤ ਹੈਗੀ ਉਹਨੂੰ ਤੋੜਦੇ ਹੋਏ ਇਹ ਲਕੀਰ ਦੇ ਦੂਜੇ ਪਾਸੇ ਖੜਦੇ ਰਹੇ, ਸੱਤਾ ਦੀ ਸੇਵਾ ਕਰਦੇ ਰਹੇ ਐਸਐਸਪੀ ਰਹਿੰਦਿਆਂ ਹੋਇਆਂ। ਤੇ ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਆ ਕਿ ਅੱਤਵਾਦੀ ਭਗਤ ਸਿੰਘ ਇਸ ਕਰਕੇ ਲੱਗਦਾ ਕਿ ਇਹਨਾਂ ਦੇ ਐਸਐਸਪੀ ਦੀ ਵਰਦੀ ਨਹੀਂ ਹੈਗੀ, ਪਰ ਅੱਜ ਵੀ ਮਾਨ ਸਾਹਿਬ ਦੇ ਵਿੱਚ ਐਸਐਸਪੀ ਬੋਲਦਾ। ਇਸ ਕਰਕੇ ਇੱਕ ਪੁਲਿਸ ਵਾਲੇ ਦੇ ਮਰਨ ਦੇ ਉੱਤੇ ਇਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਉਹ ਰੋਸ ਹੈਗਾ। ਇਸ ਕਰਕੇ ਇਹਨਾਂ ਦੀ ਨਜ਼ਰ ਦੇ ਵਿੱਚ ਸ਼ਹੀਦ ਉਹ ਕਦੇ ਸ਼ਹੀਦ ਨਹੀਂਗਾ ਜਿਹੜਾ ਸਾਡੀ ਕਰਮ ਭੂਮੀ ਵਾਸਤੇ ਲੜਿਆ, ਸਾਡੇ ਲੋਕਾਂ ਵਾਸਤੇ ਲੜਿਆ ਹੈਗਾ। ਇਹਨਾਂ ਵਾਸਤੇ ਸ਼ਹੀਦ ਉਹੀ ਆ ਜਿਹੜੇ ਅੰਗਰੇਜ਼ਾਂ ਦੀਆਂ ਮੁਖਮਰੀਆਂ ਕਰਦੇ ਰਹੇ ਆ, ਉਹਨਾਂ ਦਾ ਟਾਊਟਪੁਣਾ ਕਰਦੇ ਰਹੇ, ਉਹਨਾਂ ਤੋਂ ਜਗੀਰਾ ਲੈਂਦੇ ਰਹੇ ਆ। ਤੇ ਅੱਜ ਵੀ ਜਿਹੜੀ ਹਕੂਮਤ ਚੱਲ ਰਹੀ ਆ ਉਹ ਅੰਗਰੇਜ਼ਾਂ ਦੇ ਪੱਖੀ ਚੱਲ ਰਹੀ ਆ, ਉਹਨਾਂ ਦਾ ਹੀ ਰਾਜ ਚੱਲ ਰਿਹਾ ਹੈਗਾ। ਇਸ ਕਰਕੇ ਇਹ ਲਕੀਰ ਦੇ ਦੂਜੇ ਪਾਸੇ ਖੜੇ ਆ ਭਗਤ ਸਿੰਘ, ਇਹਨਾਂ ਨੂੰ ਸ਼ਹੀਦ ਨਹੀਂ ਲੱਗਦਾ। ਇੱਕ ਮਾਨ ਸਾਹਿਬ ਦੇ ਹਮਾਇਤੀਆਂ ਨੂੰ ਵੀ ਹੁਣ ਗੱਲ ਕਲੀਅਰ ਕਰਨੀ ਚਾਹੀਦੀ ਹੈ ਵੀ ਉਹ ਕੀ ਕਹਿੰਦੇ ਆ ਮਾਨ ਸਾਹਿਬ ਦੇ ਬਿਆਨ ਬਾਰੇ। ਮਾਨ ਸਾਹਿਬ ਨੇ ਕਹਿਤਾ ਭਗਤ ਸਿੰਘ ਅੱਤਵਾਦੀ ਆ, ਉਹਨਾਂ ਦੇ ਹਮਾਇਤੀ ਕਿਉਂ ਚੁੱਪ ਬੈਠੇ ਆ? ਜਿਹੜੇ ਉਹਨਾਂ ਦੀ ਹਮਾਇਤ ਦੇ ਵਿੱਚ ਸੰਗਰੂਰ ਦੀ ਕੰਪੇਨ ਕਰਦੇ ਰਹੇ ਆ ਉਹ ਹੁਣ ਕਿਉਂ ਚੁੱਪ ਆ? ਗੱਲ ਇਕੱਲੀ ਇਹਦੇ ਨਾਲ ਵੀ ਨਹੀਂ ਸਰਨਾਗਾ ਵੀ ਉਹ ਕਹਿ ਦੇਣ ਵੀ ਅਸੀਂ ਬਿਆਨ ਦੇ ਨਾਲ ਸਹਿਮਤ ਨਹੀਂ ਹੈਗੇ। ਤੁਸੀਂ ਬਿਆਨ ਨਾਲ ਸਹਿਮਤ ਨਹੀਂ, ਪਰ ਇਹ ਬਿਆਨ ਦੇਣ ਵਾਲੇ ਬੰਦੇ ਨੂੰ ਐਮਪੀ ਬਣਾਉਣ ਨਾਲ ਸਹਿਮਤ ਹੈਗੇ ਆ ਤੁਸੀਂ, ਠੀਕ ਆ? ਉਹ ਕਿਉਂ ਚੁੱਪ ਆ? ਪੰਜਾਬ ਦੀ ਜਵਾਨੀ ਹੁਣ ਉਹਨਾਂ ਤੋਂ ਵੀ ਜਵਾਬ ਮੰਗਦੀ ਹੈ ਕਿ ਉਹ ਦੱਸਣ ਕਿ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਸ਼ਰੇਆਮ ਭਗਤ ਸਿੰਘ ਨੂੰ ਅੱਤਵਾਦੀ ਕਿਹਾ, ਇਹ ਤੇ ਉਹਨਾਂ ਦਾ ਕੀ ਕਹਿਣਾ ਹੈਗਾ? ਉਹ ਕਿਉਂ ਚੁੱਪ ਬੈਠਿਆ? ਚੁੱਪ ਕਹਿ ਰਹਿਣ ਦਾ ਕਾਰਨ ਹੀ ਇਹ ਆ ਕਿ ਉਹਨਾਂ ਨੂੰ ਹੁਣ ਕੋਈ ਸੋਝ ਨਹੀਂ ਰਿਹਾ ਅਸੀਂ ਬੋਲੀਏ ਕੀ, ਠੀਕ ਆ? ਉਹਨਾਂ ਨੂੰ ਇਹ ਤੇ ਆਪਦਾ ਜਵਾਬ ਦੇਣਾ ਚਾਹੀਦਾ। ਦੂਸਰਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮਤਲਬ ਵੀ ਭਾਰਤ ਬਾਰੇ ਕਹਿੰਦੇ ਵੀ ਭਗਤ ਸਿੰਘ ਨੇ ਭਾਰਤ ਬਾਰੇ ਸ਼ਹੀਦੀ ਦਿੱਤੀ ਆ। ਅਸਲ ਦੇ ਵਿੱਚ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨਾਂ ਨੂੰ ਭਾਰਤ ਸਰਕਾਰ ਤੋਂ ਕੋਈ ਤਕਲੀਫ ਨਹੀਂ। ਭਾਰਤ ਸਰਕਾਰ ਦੀ ਜਾ ਕੇ ਉਹ ਸਹੁੰ ਚੱਕ ਸਕਦੇ ਆ। ਭਾਰਤੀ ਸੰਵਿਧਾਨ ਦੀ ਏਕਤਾ ਤੇ ਅਖੰਡਤਾ, ਸੋ ਕਾਲਡ ਏਕਤਾ ਅਖੰਡਤਾ ਜਿਹੜੀ ਮਾਨ ਸਾਹਿਬ ਕਹਿੰਦੇ ਆ ਖਾਲਿਸਤਾਨ ਬਣਾਉਣਾ, ਖਾਲਿਸਤਾਨ ਦੇ ਰਾਹ ਦੇ ਵਿੱਚ। ਤੇ ਇਸ ਮੁਲਕ ਦੀ ਧਰਤੀ ਤੇ ਜਿੰਨੀਆਂ ਘੱਟ ਗਿਣਤੀ ਕੌਮੀਆਂ ਹੈਗੀਆਂ ਜਿਹੜੀਆਂ ਵੱਖਰੇ ਸਟੇਟ ਦੀ ਮੰਗ ਵਾਸਤੇ ਲੜ ਰਹੀਆਂ, ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਆ ਤੇ ਉਹਦੀ ਜਾ ਕੇ ਸਹੁੰ ਚੱਕ ਸਕਦੇ ਆ। ਮਤਲਬ ਭਾਰਤ ਸਰਕਾਰ ਤੋਂ ਇਹਨਾਂ ਨੂੰ ਕੋਈ ਤਕਲੀਫ ਨਹੀਂ। ਜਦੋਂ ਇਹ ਕਹਿੰਦੇ ਆ ਕਿ ਇਹ ਭਾਰਤ ਦਾ ਸ਼ਹੀਦ ਆ ਭਗਤ ਸਿੰਘ, ਸਾਡਾ ਸ਼ਹੀਦ ਨਹੀਂਗਾ, ਅਸਲ 'ਚ ਇਹਨਾਂ ਨੂੰ ਭਾਰਤ ਦੇ ਹਿੰਦੂਆਂ ਤੋਂ ਤਕਲੀਫ ਆ। ਇਹ ਭਾਰਤ ਦੇ ਹਿੰਦੂਆਂ ਨਾਲ ਨਫ਼ਰਤ ਕਰਦੇ ਆ। ਇਹਨਾਂ ਦਾ ਕੋਈ ਵੀ ਬਿਆਨ ਚੱਕ ਕੇ ਦੇਖ ਲਿਓ, ਹਰ ਥਾਂ ਤੇ ਸਿੱਖ ਨੂੰ ਖਤਰਾ, ਸਿੱਖ ਨੂੰ ਖਤਰਾ, ਸਿੱਖ ਨੂੰ ਖਤਰਾ। ਜਿਵੇਂ ਮੈਂ ਪਹਿਲਾਂ ਕਿਹਾ, ਜਦੋਂ ਖਤਰਾ ਆਣ ਪਿਆ ਸਿੱਖ ਤੇ ਹਰਮੰਦਰ ਸਾਹਿਬ, ਉਦੋਂ ਮੋਟਰ ਤੇ ਨਹਾਉਂਦੇ ਪਏ ਸੀਗੇ। ਜਿਸ ਤਰ੍ਹਾਂ ਮੋਦੀ ਦੇ ਅਮਿਤ ਸ਼ਾਹ ਕਹਿੰਦਾ ਕਿ ਹਿੰਦੂ ਨੂੰ ਖਤਰਾ, ਹਿੰਦੂ ਨੂੰ ਖਤਰਾ, ਇੱਕ ਜਿਹੜਾ ਦਹਿਸ਼ਤ ਖੜੀ ਕਰਕੇ ਖਾਮਖਾ ਦੀ ਲੋਕਾਂ ਦੇ ਮਨ ਦੇ ਵਿੱਚ ਉਹ ਸਿਆਸਤ ਕਰਦੇ ਆ। ਇਸੇ ਤਰ੍ਹਾਂ ਦੀ ਸਿਆਸਤ ਇਹ ਭਾਰਤ ਦੇ ਨਾਮ ਤੇ ਕਰਦੇ ਆ। ਭਗਤ ਸਿੰਘ ਐਲਾਨੀਆਂ ਕਹਿੰਦਾ ਸੀਗਾ
ਕਿ ਮੈਂ ਕਿਰਤੀ ਕਾਮਿਆਂ ਵਾਸਤੇ ਕੰਮ ਕਰ ਰਿਹਾ ਤੇ ਅਸੀਂ ਕਹਿੰਦੇ ਹਾਂ ਭਾਰਤ ਕੀ ਇਸ ਮੁਲਕ ਦੀ ਜਿਹੜੀ ਵੀ ਧਰਤੀ ਤੇ ਕਿਰਤੀ ਕਾਮਿਆਂ ਦੀ ਲੁੱਟ ਹੋ ਰਹੀ ਹੈ ਭਗਤ ਸਿੰਘ ਉਹਨਾਂ ਦਾ ਸ਼ਹੀਦ ਆ। ਠੀਕ ਆ। ਦੂਸਰਾ ਤੁਸੀਂ ਕਹਿੰਦੇ ਆ ਕਿ ਭਾਰਤ ਸਰਕਾਰ ਨੇ ਆਹ ਕੀਤਾ ਉਹ ਕੀਤਾ। ਭਗਤ ਸਿੰਘ ਦੀ ਲੜਾਈ ਭਾਰਤੀ ਹਕੂਮਤ ਦੇ ਖਿਲਾਫ ਸੀਗੀ। ਮਾਨ ਸਾਹਿਬ ਇਹ ਕਿਉਂ ਭੁੱਲ ਜਾਂਦੇ ਆ ਕਿ ਉਸ ਟਾਈਮ ਤਾਂ ਮਤਲਬ ਵੀ ਚੋਣਾਂ ਹੋ ਕੇ ਸਰਕਾਰ ਤਾਂ ਚੁਣੀ ਨਹੀਂ ਗਈ, ਉਹ ਤਾਂ ਅੰਗਰੇਜ਼ ਸਰਕਾਰ ਹੀ ਭਾਰਤ ਸਰਕਾਰ ਸੀਗੀ। ਤੇ ਭਗਤ ਸਿੰਘ ਦੀ ਲੜਾਈ ਕਿਹਦੇ ਖਿਲਾਫ ਸੀ? ਭਾਰਤ ਸਰਕਾਰ ਦੇ ਖਿਲਾਫ ਲੜਾਈ ਸੀਗੀ। ਤੇ ਭਗਤ ਸਿੰਘ ਦੇ ਜਿਹੜੇ ਵਾਰਸ ਆ ਉਹਨਾਂ ਦੀ ਅੱਜ ਕਿਹਦੇ ਖਿਲਾਫ ਲੜਾਈ ਹੈ? ਭਾਰਤੀ ਹਕੂਮਤ ਦੇ ਖਿਲਾਫ ਲੜਾਈ ਹੈ। ਅੱਜ ਭਾਰਤੀ ਹਕੂਮਤ ਜਿੰਨਾ ਤਸ਼ੱਦਦ ਇਸ ਮੁਲਕ ਦੀਆਂ ਘੱਟ ਗਿਣਤੀਆਂ ਤੇ ਅੰਬੇਦਕਰਾਂ ਤੇ ਕਾਮਰੇਡਾਂ ਤੇ ਕਰ ਰਹੀਆਂ, ਉਹਦੇ ਖਿਲਾਫ ਜਿਹੜੇ ਲੋਕ ਲੜ ਰਹੇ ਆ ਉਹਨਾਂ ਵਾਸਤੇ ਭਗਤ ਸਿੰਘ ਉਹਨਾਂ ਦਾ ਨਾਇਕ ਆ। ਭਾਰਤ ਦੀ ਹਕੂਮਤ ਦੇ ਖਿਲਾਫ ਭਗਤ ਸਿੰਘ ਦੀ ਲੜਾਈ ਲੜੀ ਰਹੀ ਹੈ। ਉਹਨੇ ਆਪਣੀਆਂ ਲਿਖਤਾਂ 'ਚ ਵੀ ਲਿਖਿਆ ਕਿ ਕੱਲਾ ਅੰਗਰੇਜ਼ਾਂ ਨੂੰ ਕੱਢ ਦੇਣਾ ਸਾਡੀ ਲੜਾਈ ਜਿਹੜੀ ਆ ਖਤਮ ਨਹੀਂ ਹੋ ਜਾਣੀ। ਅੰਗਰੇਜ਼ਾਂ ਨੂੰ ਕੱਢਣ ਤੋਂ ਬਾਅਦ ਇਸ ਮੁਲਕ 'ਚ ਰਾਜ ਕਿੰਨਾ ਲੋਕਾਂ ਦਾ ਹੋਊਗਾ। ਉਹਨੇ ਸ਼ਰੇਆਮ ਇਹ ਗੱਲ ਲਿਖੀ ਹੈ ਕਿ ਸਰਮਾਏਦਾਰਾਂ ਤੋਂ ਰਾਜ ਖੋ ਕੇ ਆਮ ਕਿਰਤੀ ਕਾਮਿਆਂ ਦਾ ਰਾਜ ਲਿਆਉਣਾ। ਜੇ ਅੱਜ ਮਾਨ ਸਾਹਿਬ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਸਭ ਤੋਂ ਵੱਧ ਜਿਹੜੀ ਲੜਾਈ ਉਹਦੀ ਭਾਰਤੀ ਹਕੂਮਤ ਦੇ ਖਿਲਾਫ ਹੋਣੀ ਸੀਗੀ। ਮੇਰਾ ਖਿਆਲ ਹੈ ਜੇ ਅੱਜ ਉਹ ਜਿਉਂਦਾ ਹੁੰਦਾ ਜਿਸ ਤਰ੍ਹਾਂ ਮੋਦੀ ਚੱਲ ਰਿਹਾ ਤਾਂ ਭਗਤ ਸਿੰਘ ਅੱਜ ਸੈਂਟਰਲ ਜੇਲ੍ਹ ਦੇ ਵਿੱਚ ਹੋਣਾ ਸੀਗਾ। ਜਿਹੜਾ ਤੁਸੀਂ ਕਹਿੰਦੇ ਕਿ ਭਾਰਤ ਵਾਸਤੇ ਸ਼ਹੀਦ ਹੋਇਆ, ਭਾਰਤ ਦੇ ਲੋਕਾਂ ਵਾਸਤੇ ਸ਼ਹੀਦ ਹੋਇਆ, ਉਹ ਤਮਾਮ ਲੋਕਾਂ ਵਾਸਤੇ ਸ਼ਹੀਦ ਹੋਇਆ ਜਿਹੜੇ ਇਸ ਦੁਨੀਆ ਤੇ ਜਿਨ੍ਹਾਂ ਦੀ ਲੁੱਟ ਹੋ ਰਹੀ ਆ। ਪਰ ਸਰਕਾਰ ਦੇ ਭਾਰਤੀ ਹਕੂਮਤ ਦੇ ਖਿਲਾਫ ਭਗਤ ਸਿੰਘ ਦੀ ਲੜਾਈ ਸੀਗੀ ਤੇ ਅੱਜ ਵੀ ਉਹਦੇ ਵਾਰਸ ਜਿਹੜੇ ਆ ਭਾਰਤ ਦੀ ਹਕੂਮਤ ਦੇ ਖਿਲਾਫ ਲੜ ਰਹੇ ਆ। ਤੇ ਪੰਜਾਬ ਦੀ ਜਵਾਨੀ ਨੂੰ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਜਾ ਕੇ ਭਾਰਤੀ ਸੰਵਿਧਾਨ ਦੀ ਸਹੁੰ ਚੱਕਦੇ ਆ, ਕਿਸੇ ਟਾਈਮ ਤੇ ਕਹਿੰਦੇ ਆ ਸੰਵਿਧਾਨ ਨੂੰ ਅਸੀਂ ਮੰਨਦੇ ਨਹੀਂਗੇ ਤੇ ਕਿਸੇ ਟਾਈਮ ਤੇ ਕਹਿੰਦੇ ਆ ਕਿ ਭਾਰਤੀ ਹਕੂਮਤ ਸਾਡੇ ਨਾਲ ਧੱਕਾ ਕਰ ਰਹੀ ਆ, ਉਹ ਭਾਰਤੀ ਹਕੂਮਤ ਦੀ ਇਲੈਕਸ਼ਨ ਵੀ ਲੜਦੇ ਆ, ਉਹਦੇ ਐਮਪੀ ਵੀ ਬਣਦੇ ਆ, ਉਹਦੀ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਬੈਠਣਗੇ। ਤੇ ਮਨਿੰਦਰ ਜੀ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਦਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਹੋਣ ਵਾਲੀ ਆ। ਭਾਜਪਾ ਨੇ ਆਪਦਾ ਉਮੀਦਵਾਰ ਖੜਾ ਕੀਤਾ ਤੇ ਕਾਂਗਰਸ ਨੇ ਆਪਦਾ ਕੀਤਾ ਤੇ ਮਾਨ ਸਾਹਿਬ ਕੀ ਕਰਨਗੇ? ਇਹਨਾਂ ਨੇ ਦੋਨਾਂ 'ਚ ਇੱਕ ਨੂੰ ਵੋਟ ਪਾਉਣੀ ਆ। ਮੈਂ ਇੱਥੇ ਤੁਹਾਨੂੰ ਇਹ ਗੱਲ ਕਹਿ ਦਿੰਦਾ। ਠੀਕ ਆ। ਤੇ ਇਹਦਾ ਮਤਲਬ ਕੀ ਆ ਕਿ ਕੇਜਰੀਵਾਲ ਨੇ ਵੋਟ ਪਾਈ ਦਿੱਤੀ, ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਤੀ ਹੈ। ਤੇ ਕਾਂਗਰਸ ਕਿਹੜੀ ਆ? 84 'ਚ ਸਾਡਾ ਕਤਲੇਆਮ ਕਰਨ ਵਾਲੀ ਆ। ਕਾਰਪੋਰੇਟ ਨੂੰ ਹਿੰਦੁਸਤਾਨ 'ਚ ਲਿਆਉਣ ਵਾਲੀ ਜਿਹੜੀ ਹੈਗੀ ਆ ਉਹ ਕਾਂਗਰਸ ਆ। ਤੇ ਮੋਦੀ ਵੀ ਉਹੀ ਕੁਝ ਕਰਦਾ ਪਿਆ ਤੇ ਮਾਨ ਸਾਹਿਬ ਨੇ ਵੀ ਡੱਕਾ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਵਾਲੇ ਪਾਸੇ ਜਿਹੜਾ ਸਿੱਟਣਾ ਹੈਗਾ, ਮਤਲਬ ਉਹ ਸਰਕਾਰ ਦੇ ਹੱਥ ਠੋਕੇ ਆ, ਉਹਦੇ ਵਾਸਤੇ ਕੰਮ ਕਰ ਰਹੇ ਹੈਗੇ ਆ। ਭਾਰਤ ਦਾ ਸ਼ਹੀਦ ਕੇ ਭਗਤ ਸਿੰਘ ਨੂੰ ਵੈਸੇ ਹੀ ਬਦਨਾਮ ਕਰ ਰਹੇ ਆ। ਠੀਕ। ਤਾਂ ਗੱਲਬਾਤ ਕੀਤੀ ਕਰਮਜੀਤ ਮਾਨੂਕੇ ਸਾਡੇ ਨਾਲ ਸਨ, ਤਾਂ ਉਹਨਾਂ ਨੇ ਇਸ ਵਾਰੀ ਸਵਾਲ ਖੜੇ ਕੀਤੇ ਆ ਕਿ ਫਿਰ ਸ਼ਹੀਦ ਮਾਨ ਸਾਹਿਬ ਮੰਨਦੇ ਕਿਹਨੂੰ ਹੈ? ਜੇ ਭਗਤ ਸਿੰਘ ਸ਼ਹੀਦ ਨਹੀਂ ਤਾਂ ਫਿਰ ਉਹਨਾਂ ਦੇ ਮੁਤਾਬਕ ਸ਼ਹੀਦ ਕੌਣ ਹੈ? ਫਿਰ ਉਹਨਾਂ ਨੇ ਇਸ ਚੀਜ਼ ਤੇ ਵੀ ਸਵਾਲ ਖੜੇ ਕੀਤੇ, ਜਿਨ੍ਹਾਂ ਨੂੰ ਉਹ ਸ਼ਹੀਦ ਮੰਨਦੇ ਆ ਉਹਨਾਂ ਦੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ। ਨਾਲ ਹੀ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਕੋਈ ਸਿੱਖਾਂ ਦਾ ਵਿਰੋਧੀ ਨਹੀਂ ਸੀ। ਭਗਤ ਸਿੰਘ ਤਾਂ ਜਦ ਬੱਬਰ ਅਕਾਲੀ ਲਹਿਰ ਤੇ ਜਿਹੜੇ 6 ਬੱਬਰ ਸ਼ਹੀਦ ਹੋਏ ਉਦੋਂ ਜਦ ਪੂਰਾ ਦੇਸ਼ ਹੋਲੀ ਮਨਾ ਰਿਹਾ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਲੇਖ ਲਿਖ ਕੇ ਲਾਹਨਤਾਂ ਪਾਈਆਂ। ਕਰਤਾਰ ਸਿੰਘ ਸਰਾਭਾ ਉਹਨਾਂ ਦਾ ਨਾਇਕ ਸੀ। ਕਰਤਾਰ ਸਿੰਘ ਸਰਾਭੇ ਦੀ ਫੋਟੋ ਹਰ ਵਕਤ ਆਪਣੇ ਕੋਲ ਰੱਖਦੇ ਸੀ। ਤਾਂ ਜੋ ਗੱਲਾਂ ਕੁਝ ਹਾਲੇ ਵੀ ਪਰਦੇ ਤੋਂ ਪਿੱਛੇ ਸੀ ਉਹ ਵੀ ਅਸੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਭਗਤ ਸਿੰਘ ਬਾਰੇ, ਸਾਡੇ ਕ੍ਰਾਂਤੀਕਾਰੀਆਂ ਬਾਰੇ ਤੇ ਜਿਹੜੇ ਉੱਠ ਰਹੇ ਆ ਸਵਾਲਾਂ ਬਾਰੇ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ।